ਨਾਨਕ ਦਾਸ ਤੇਰੀ ਸ਼ਰਣਾ ਜੀ ਯਾਦ ਕਰੋ ਉਪਕਾਰ ਕਲੰਗੀਆਂ ਵਾਲੇ ਦੇ। ਯਾਦ ਕਰੋ ਉਪਕਾਰ ਵਾਜਾਂ ਵਾਲੇ ਦੇ। ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ। ਯਾਦ ਕਰੋ ਉਪਕਾਰ ਵਾਜਾਂ ਵਾਲੇ ਦੇ। ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ। ਯਾਦ ਕਰੋ ਉਪਕਾਰ ਵਾਜਾਂ ਵਾਲੇ ਦੇ। ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ। ਯਾਦ ਕਰੋ ਉਪਕਾਰ ਵਾਜਾਂ ਵਾਲੇ ਦੇ। ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ। ਯਾਦ ਕਰੋ ਉਪਕਾਰ ਵਾਜਾਂ ਵਾਲੇ ਦੇ। ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ। ਯਾਦ ਕਰੋ ਉਪਕਾਰ ਵਾਜਾਂ ਵਾਲੇ ਦੇ। ਪਿਤਾ ਵਾਰਿਆ ਮਾਤਾ ਵਾਰੀ। ਪਿਤਾ ਵਾਰਿਆ ਮਾਤਾ ਵਾਰੀ। ਪਿਤਾ ਵਾਰਿਆ ਮਾਤਾ ਵਾਰੀ। ਪਿਤਾ ਵਾਰਿਆ ਮਾਤਾ ਵਾਰੀ। ਵਾਰਿਆ ਮਾਤਾ ਵਾਰੀ। ਪਿਤਾ 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 ਵਾਰਿਆ ਮਾਤਾ ਵਾਰੀ। ਬਾਰੇ ਚਾਰੇ ਲਾਲ ਗੁਰਾਂ ਤੇ ਯਾਦ ਕਰੋ। ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ। ਉਪਕਾਰ ਵਾਜਾਂ ਵਾਲੇ ਦੇ। ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ। ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ। ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ। ਹਰ ਮਨ ਤਨ ਬਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ। ਹਉ ਕੁਰਬਾਨ ਜਾਈ ਤੇਰੇ ਨਾਵੈ ਜਿਸਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ। ਤੂੰ ਪਾਰੋ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ। ਤੂੰ ਪਾਰੋ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ। ਨਾਨਕ ਪ੍ਰਭ ਸ਼ਰਨਾਈ ਮੁਖ ਨਿੰਦਕ ਕੈ ਸ਼ਾਈ। ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਬਈ। ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਉਹ ਜਿਨ੍ਹਾਂ ਨੇ ਜੀ ਕਮਾਈਆਂ ਕੀਤੀਆਂ। ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਜਿਨ੍ਹਾਂ ਨੇ ਜੀ
ਕਮਾਈਆਂ ਕੀਤੀਆਂ ਜਿਨ੍ਹਾਂ ਨੇ ਜੀ ਕਮਾਈਆਂ ਕੀਤੀਆਂ ਜਿਨ੍ਹਾਂ ਨੇ ਜੀ ਕਮਾਈਆਂ ਕੀਤੀਆਂ ਜਿਨ੍ਹਾਂ ਨੇ ਜੀ ਕਮਾਈਆਂ ਕੀਤੀਆਂ ਜੈ ਜੈਕਾਰ ਉਹਨਾਂ ਦੀ ਹੋਵੇ ਜੈ ਜੈਕਾਰ ਉਹਨਾਂ ਦੀ ਹੋਵੇ ਜੈਕਾਰ ਉਹਨਾਂ ਦੀ ਹੋਵੇ ਜੈ 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 ਜੈਕਾਰ ਉਹਨਾਂ ਦੀ ਹੋਵੇ ਬਈ ਜਿਨ੍ਹਾਂ ਨੇ ਕਮਾਈਆਂ ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਜੈ ਜੈਕਾਰ ਉਹਨਾਂ ਦੀ ਜਗ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਪਰਮ ਸਤਿਕਾਰਯੋਗ ਗੁਰਾਂ ਕੀ ਸਾਜੀ ਔਰ ਨਵਾਜੀ ਹੋਈ ਸਾਧ ਸੰਗਤ ਜੀ ਸਰਮਾਈ ਭਾਈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦੇ ਪਵਿੱਤਰ ਚਰਨਾਂ ਦੇ ਵਿੱਚ ਜੁਗੋ ਜੁਗ ਟਲ ਗੁਰੂ ਜੀ ਦੀ ਪਾਵਨ ਪਵਿੱਤਰ ਡਿੱਗੀ ਗੋਦ ਅੰਦਰ ਜੁੜ ਕਰਕੇ ਅਮਰ ਸ਼ਹੀਦ ਧੰਨ 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 ਬਾਬਾ ਮੋਤੀ ਰਾਮ ਜੀ ਮਹਿਰਾ ਮਹਾਰਾਜ ਉਹਨਾਂ ਦੇ ਪਿਤਾ ਬਾਬਾ ਜੋਤੀ ਰਾਮ ਜੀ ਮਹਾਰਾਜ ਉਹਨਾਂ ਦੀ ਮਾਤਾ ਧੰਨ ਉਹਨਾਂ ਦਾ ਪੁੱਤਰ ਭਾਈ ਨਰੈਣ ਸਿੰਘ ਜੀ ਧੰਨ ਜਿਨ੍ਹਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹਰ ਇੱਕ ਸਾਲ ਦੀ ਸਾਲ ਸਰਬੱਤ ਸੰਗ ਦੇ ਸਹਿਯੋਗ ਦੇ ਨਾਲ ਤਪਾ ਸ਼ਹਿਰ ਬਰਨ ਮੰਦਰ ਧੰਨ ਧੰਨ ਬਾਬਾ ਮੋਤੀ ਰਾਮ ਜੀ ਮਹਿਰਾ ਧੰਨ ਧੰਨ ਬਾਬਾ ਖਵਾਜਾ ਬਲੀ ਜੀ ਮਹਾਰਾਜ ਜੋ ਇੱਕ ਜਲ ਦੇਵ ਮੰਨੀ ਦੇਵਤਾ ਜਿੱਥੋਂ ਆਪ ਅੰਗ ਸੰਗ ਹੋ ਕੇ ਬਰਸ ਰਹੇ ਹਨ ਇਹ ਬਾਬਾ ਜੀ ਦੀ ਆਪਣੀ ਕਮਾਈ ਹੈ ਆਪਣੀ ਉਹਨਾਂ ਦੀ ਇੱਕ ਪ੍ਰਤੱਖ ਸ਼ਕਤੀ ਕਰਾਮਾਤ ਵਰਤ ਰਹੀ ਹੈ ਜਿਸ ਸਥਾਨ ਨੂੰ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਲੋਕ ਲੱਤਾਂ ਖਿੱਚਣ ਵਾਲੇ ਬੜੇ ਸੀ ਪਰ ਬਾਬਾ ਜੀ ਦੀ ਐਸੀ ਕਮਾਈ ਐਸੀ ਬਰਕਤ ਅੱਜ ਇਸ ਮੰਦਰ ਨੂੰ ਇਸ ਜਗ੍ਹਾ ਨੂੰ ਚਾਰ ਚੰਨ ਲੱਗ ਰਹੇ ਹਨ ਭਾਗ ਲੱਗ ਰਹੇ ਹਨ ਪਰ ਇਹ ਅੱਜ ਪ੍ਰਤੱਖ ਸ਼ਕਤੀ ਕਿਹਾ ਜਾ ਸਕਦਾ ਬਾਬਿਆਂ ਦੀ ਜਿੱਥੇ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈ ਜਿੱਥੇ ਕੋਈ ਆਮਦਨ ਦਾ ਸਾਧਨ ਹੈ ਉੱਥੇ ਤਾਂ ਚਲੋ ਮੰਨ ਲਈ ਵੀ 4 ਪੈਸੇ ਆਉਂਦੇ ਨੇ ਕਿਤੇ ਦੁਕਾਨਾਂ ਦੀ ਆਮਦਨੀ ਹੈ ਕਿਤੇ ਜ਼ਮੀਨ ਦੀ ਆਮਦਨੀ ਹੈ
ਕਿਤੇ ਵੱਡੀਆਂ ਵੱਡੀਆਂ ਗੋਲਕਾਂ ਦੀ ਆਮਦਨੀ ਹੈ। ਜਿੱਥੇ ਬਹੁਤਾ ਪੈਸਾ ਹੁੰਦਾ ਹੈ ਨਾ, ਉਹ ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ। ਅਸਲ ਲੜਾਈ ਝਗੜਾ ਹੀ ਉੱਥੇ ਹੁੰਦਾ ਜਿੱਥੇ ਬਹੁਤੀ ਮਾਇਆ ਹੋਵੇ। ਜਿੱਥੇ ਥੋੜੀ ਹੈ ਉੱਥੇ ਕੋਈ ਨਹੀਂ ਪ੍ਰਧਾਨ ਬਣਨ ਨੂੰ ਤਿਆਰ ਬਸ, ਕਿਉਂਕਿ ਨਾ ਤਾਂ ਧਾਰਮਿਕ ਸਥਾਨਾਂ ਦੀ ਸੇਵਾ ਭਾਵਨਾ ਹੈ, ਨਾ ਮਨ ਵਿੱਚ ਪ੍ਰੇਮ ਹੈ। ਜੇ ਹੈ ਤਾਂ ਕੇਵਲ ਤੇ ਕੇਵਲ ਇੱਕੋ ਹੀ ਹੈ ਵੀ ਗੋਲਕ ਕਿੰਨੀ ਕੁ ਨਿਕਲਦੀ ਹੈ। ਫਿਰ ਉੱਥੇ ਭੱਜ ਕੇ ਲੜਾਈਆਂ ਝਗੜੇ ਵੀ ਹੁੰਦੇ ਨੇ ਬੜੇ ਥਾਂ ਤੇ, ਪ੍ਰਧਾਨਗੀਆਂ ਨੂੰ ਲੈ ਕੇ ਜਾਂ ਹੋਰ। ਚਲੋ ਆਪਣਾ ਵਿਸ਼ਾ ਨਹੀਂ ਹੈ, ਆਪਾਂ ਆਪਣੇ ਬਾਬਿਆਂ ਦੀ ਯਾਦ ਵਿੱਚ ਜੁੜੀਏ। ਹਰ ਇੱਕ ਸਾਲ ਦੀ ਸਾਲ ਬਹੁਤ ਸੱਜੇ ਢੰਗ ਦੇ ਨਾਲ ਪ੍ਰਬੰਧਕ 3-4 ਦਿਨ ਲੰਗਰ ਚੱਲਦਾ। ਫਿਰ ਇਸ ਕਰਕੇ ਮੈਂ ਅਰਜ਼ ਕਰ ਰਿਹਾ ਸੀ, ਬਸ ਆਹੀ ਇਹ ਮੰਦਨ ਹੈ, ਸੰਗਤ ਦੀ ਆਮਦਨੀ ਹੈ। ਸੰਗਤ ਆਉਂਦੀ ਹੈ, ਗੁਰੂ ਆਉਂਦਾ ਹੈ, ਸਭ ਤੋਂ ਵੱਡੀ ਆਮਦਨ ਹੈ। ਗੁਰੂ ਆ ਕੇ ਮੁਬਾਰਕ ਚਰਨ ਪਾਉਂਦਾ ਹੈ। ਤੇ ਦੇਖੋ ਸਾਲ ਦੀ ਸਾਲ ਉਹਨਾਂ ਯੋਧਿਆਂ ਦੀ ਯਾਦ ਵਿੱਚ ਜੋੜ ਮੇਲੇ ਲੱਗਦੇ ਨੇ, ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਦੀ ਯਾਦ ਵਿੱਚ ਜੋੜ ਮੇਲੇ ਲੱਗਦੇ ਨੇ। ਜਿਨ੍ਹਾਂ ਨੇ ਕੁਝ ਕੀਤਾ ਨਹੀਂ, ਸੇਵਾ ਦੇਸ਼ ਦੀ ਜ਼ਿੰਦੜੀ ਇਹ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਇਸ ਕਰਕੇ ਧੰਨ ਬਾਬਾ ਮੋਤੀ ਰਾਮ ਜੀ ਮਹਿਰਾ ਨੇ ਕਮਾਈ ਕੀਤੀ, ਸ਼ਹਾਦਤ ਦਿੱਤੀ। ਇਕੱਲੇ ਨੇ ਨਹੀਂ, ਉਹਨਾਂ ਦੇ ਸਮੁੱਚੇ ਪਰਿਵਾਰ ਨੇ ਸ਼ਹਾਦਤ ਦਿੱਤੀ। ਤੇ ਅੱਜ ਥਾਂ ਥਾਂ ਤੇ ਜਿੱਥੇ ਜਿੱਥੇ ਮਹਿਰਾ ਬਰਾਦਰੀ ਬੈਠੀ ਹੈ ਉੱਥੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਸਾਡੇ ਇਸ ਪਰਿਵਾਰ ਦੀਆਂ ਬਹੁਤ ਵੱਡੀਆਂ ਵੱਡੀਆਂ ਸ਼ਹਾਦਤਾਂ ਦੇ ਤਕਰੀਬਨ ਹਰੇਕ ਸਾਲ ਹੀ ਅਰਜ਼ ਕਰਕੇ ਜਾਂਦੇ ਹਾਂ ਤੁਹਾਡੇ ਚਰਨਾਂ ਵਿੱਚ। ਸਾਡੀਆਂ ਸ਼ਹਾਦਤਾਂ ਉਦੋਂ ਤੋਂ ਸ਼ੁਰੂ ਹੋ ਜਾਂਦੀਆਂ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗ ਸੰਸਾਰ ਦੇ ਉੱਤੇ ਆਏ। ਬਹੁਤ ਵੱਡੀਆਂ ਸ਼ਹਾਦਤਾਂ ਨੇ। ਸਾਡਾ ਬਜ਼ੁਰਗ ਸੀ ਭਾਈ ਤਾਰਾ ਜੀ ਦੀ ਸ਼ਹਾਦਤ ਪਹਿਲਾਂ ਗੁਰੂ ਨਾਨਕ ਦੇ ਮਰ ਦੇ ਵੇਲੇ ਹੋਈ। ਫਿਰ ਅੱਗੇ ਗੁਰੂਆਂ ਦੇ ਨਾਲ ਅੰਸ ਬੰਸ ਦੇ ਨਾਲ ਚੱਲਦੀ ਰਹੀ ਸਾਡੀ ਪੀੜ੍ਹੀ। 8ਵੇਂ ਪਾਤਸ਼ਾਹ ਵੇਲੇ ਧੰਨ ਭਾਈ ਛੱਜੂ ਚੀਵਰ ਜੀ, ਉਹਨਾਂ ਦੀ ਵੱਡੀ ਸ਼ਹਾਦਤ। 10ਵੇਂ ਪਾਤਸ਼ਾਹ ਵੇਲੇ ਬਾਬਾ ਮੋਤੀ ਰਾਮ ਜੀ ਦੇ ਜਿਹੜੇ ਪਿਤਾ ਸੀ ਬਾਬਾ ਜੋਤੀ ਰਾਮ ਜੀ, ਉਹਨਾਂ ਦੀ ਵੱਡੀ ਸ਼ਹਾਦਤ। ਤੇ ਸਾਡੀ ਅੰਸ ਬੰਸ ਦੇ ਮਾਲਕ ਸੀ ਭਾਈ ਕਨਈਆ ਜੀ, ਜਿਨ੍ਹਾਂ ਨੇ ਪਾਣੀ ਪਿਲਾਇਆ। ਉਹ ਸਮਾਂ ਸੀ ਜੰਗਾਂ ਯੁੱਧਾਂ ਦਾ, ਜਦੋਂ ਧੰਨ ਭਾਈ ਕਨਈਆ ਜੀ ਨੇ ਪਾਣੀ ਵਾਲੀ ਮਸ਼ਕ ਲੈ ਕੇ ਜੰਗਾਂ ਯੁੱਧਾਂ ਦੇ ਵਿੱਚ ਜਾ ਕੇ ਹਰ ਇੱਕ ਦੇ ਹੱਥ ਵਿੱਚ ਪਾਣੀ ਪਾ ਦਿੱਤਾ। ਭਾਵੇਂ ਕੋਈ ਵੀ ਹੈ, ਭਾਵੇਂ ਸਿੱਖ ਹੈ ਭਾਈ, ਭਾਵੇਂ ਮੁਗਲ ਹੈ, ਪਠਾਨ ਹੈ, ਕੋਈ ਮੁਸਲਮਾਨ ਹੈ, ਜੰਗ ਯੁੱਧ ਦੇ ਵਿੱਚ ਜਿਹਨੇ ਆ ਕੇ ਸ਼ਸਤਰ ਸਿੱਟ ਕੇ। ਦੇਖੋ ਭਾਈ ਕਨਈਏ ਦਾ ਯੁੱਧ ਕੈਸਾ ਸੀ। 2 ਸੂਰਮੇ 2 ਸ਼ਸਤਰ ਲੈ ਕੇ ਯੁੱਧ ਕਰਨਗੇ। ਇੱਧਰਲੇ ਸੂਰਮੇ ਦੇ ਹੱਥ ਵਿੱਚ ਵੀ ਸ਼ਸਤਰ ਹੋਊਗਾ, ਉੱਧਰਲੇ ਸੂਰਮੇ ਦੇ ਹੱਥ ਵਿੱਚ ਵੀ ਸ਼ਸਤਰ ਹੋਊਗਾ, ਫਿਰ ਜੰਗ ਹੋਊਗਾ। ਪਰ ਸਾਡੇ ਬਾਬੇ ਕਨਈਏ ਨੇ ਇਹੋ ਜਿਹਾ ਜੰਗ ਕਰਿਆ। ਉਹਨਾਂ ਨੇ ਇਹੋ ਜਿਹਾ ਸ਼ਸਤਰ ਨਹੀਂ ਚੁੱਕਿਆ ਜਿਹਦੇ ਨਾਲ ਕਿਸੇ ਨੂੰ ਘਾਇਲ ਕਰਤਾ, ਮਾਰਤਾ, ਭਾਵ ਕਿਸੇ ਨੂੰ ਸ਼ਹੀਦ ਕਰ ਦਿੱਤਾ। ਬਾਬੇ ਕਨਈਏ ਨੇ ਇਹੋ ਜਿਹਾ ਜੰਗ ਕੀਤਾ ਜਿਹਨੂੰ ਗੁਰੂ ਜੀ ਫਰਮਾਨ ਕਰਦੇ ਨੇ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਇਹੋ ਜਿਹੇ ਇੱਕ ਮਹਾਨ ਸੂਰਮੇ ਸੀ ਬਾਬਾ ਕਨਈਆ ਜੀ, ਜਿਹਦੇ ਕਿੰਨੀ ਇੱਕ ਵਾਰੀ ਪ੍ਰੇਮ ਦਾ ਬਾਣ ਮਾਰ ਦਿੰਦੇ ਉਹਨੂੰ ਘਾਇਲ ਕਰ ਦਿੰਦੇ ਸੀ। ਸੂਰਮੇ ਤੇ ਸੂਰਮਾ ਸ਼ਾਸਤਰ ਚੁੱਕ ਕੇ ਜੰਗ ਕਰਦਾ ਹੈ, ਪਰ ਧੰਨ ਭਾਈ ਕਨਈਆ ਜੀ ਨੇ ਇਹੋ ਜਿਹਾ ਜੰਗ ਕੀਤਾ, ਸੂਰਮੇ ਸ਼ਾਸਤਰ ਸੁੱਟ ਕੇ ਆ ਜਾਂਦੇ ਸੀ ਬਾਬਾ ਜੀ ਅੱਗੇ, ਕਿਉਂਕਿ ਇੱਕ ਹੱਥ ਵਿੱਚ ਤਾਂ ਪਾਣੀ ਪੈਂਦਾ ਨਹੀਂ ਹੈ ਨਾ। 2 ਹੱਥ ਜੋੜ ਕੇ ਫਿਰ ਭਗਤ ਕਬੀਰ ਜੀ ਕਹਿੰਦੇ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। 2 ਹੱਥ ਜੋੜ ਕੇ ਉਹਨੂੰ ਓਕ ਕਹਿੰਦੇ ਨੇ। 2 ਹੱਥ ਜੋੜ ਕੇ ਨਮਸਕਾਰ ਵੀ ਕਰਦੇ ਐ,
ਪਰ ਦੋ ਹੱਥ ਜੋੜ ਕੇ ਦੋਨਾਂ ਨੂੰ ਖੋਲ ਕੇ ਉਹਨੂੰ ਇੱਕ ਓਕ ਕਹਿ ਦਿੰਦੇ ਨੇ। ਭਗਤ ਕਬੀਰ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਕਹਿੰਦੇ ਓਕ ਹੈ। ਤੇ ਬਾਬਾ ਜੀ ਦੇ ਅੱਗੇ ਆ ਕੇ ਸ਼ਸਤਰ ਸੁੱਟ ਕੇ ਓਕ ਕਰ ਲੈਂਦੇ ਵੀ ਇਹਦੇ ਵਿੱਚ ਪਾਣੀ ਪਾ ਦਿਓ। ਇਹੋ ਜਿਹਾ ਜੰਗ ਕੀਤਾ ਬਾਬੇ ਮੋਤੀ ਵਾਹਿਗੁਰੂ ਜੀ ਭਾਈ ਕਨ੍ਹਈਏ ਨੇ। ਤੇ ਇਹੋ ਜਿਹਾ ਪ੍ਰੇਮ ਦਾ ਬਾਣ ਮਾਰਨਾ ਬਾਬੇ ਕਨ੍ਹਈਏ ਨੇ, ਨਾਲੇ ਪਾਣੀ ਪਿਆ ਦੇਣਾ ਤੇ ਨਾਲੇ ਉੱਤੇ ਮਿਹਰ ਦੀ ਦ੍ਰਿਸ਼ਟੀ ਪਾ ਦੇਣੀ। ਉਹ ਸਾਡਾ ਬਜ਼ੁਰਗ ਸੀ, ਸਾਡੀ ਕੌਮ ਦਾ ਆਗੂ ਸੀ ਉਹ, ਅਸੀਂ ਉਹਦੀ ਅੰਸ਼ ਬੰਸ ਹਾਂ। ਪਾਣੀ ਪਿਆ ਕੇ ਬਾਬੇ ਕਨ੍ਹਈਏ ਨੇ ਤੇ ਫਿਰ ਕਹਿ ਦੇਣਾ ਚੱਲ ਕਰ ਜੰਗ। ਉਹ ਇਹੋ ਜਿਹਾ ਬਾਣ ਮਾਰ ਦੇਣਾ, ਉਹ ਫਿਰ ਮੁੜ ਕੇ ਜੰਗ ਕਰਨ ਜੋਗਰਾ ਰਹਿੰਦਾ ਹੀ ਨਹੀਂ ਸੀ ਸੂਰਮਾ, ਕਿਉਂਕਿ ਸ਼ਸਤਰ ਇੱਕ ਵਾਰੀ ਸੁੱਟ ਦਿੰਦੇ ਸੀ ਥੱਲੇ ਧਰਤੀ ਉੱਤੇ। ਇਸ ਕਰਕੇ ਆਓ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਆਪਾਂ ਹਰ ਇੱਕ ਸਾਲ ਦੀ ਸਾਲ ਜੁੜਦੇ ਹਾਂ। ਯਾਦ ਉਹਨਾਂ ਦੀ ਮਨਾਈ ਜਾਂਦੀ ਹੈ ਜਿਨ੍ਹਾਂ ਨੇ ਕੁਝ ਕੀਤਾ ਹੈ, ਜਿਨ੍ਹਾਂ ਨੇ ਕੁਝ ਨਹੀਂ ਕੀਤਾ ਯਾਦ ਉਹਨਾਂ ਨੂੰ ਵੀ ਕਰਦੇ ਨੇ, ਪਰ ਕਿਵੇਂ ਗਾਲ ਕੱਢ ਕੇ ਯਾਦ। ਸੂਬਾ ਸਰਹੰਦ ਨੂੰ ਕਿਵੇਂ ਸਤਿ ਸ੍ਰੀ ਅਕਾਲ ਕਹਿ ਕੇ ਤੁਸੀਂ ਉਹਨੂੰ ਯਾਦ ਕਰਦੇ ਹੋ? ਸੂਬਾ ਸਰਹੰਦ ਨੂੰ ਕਿਵੇਂ ਯਾਦ ਕਰਦੇ ਹੋ? ਲਓ ਪਿਆਰ ਵਿੱਚ ਆ ਕੇ ਬੋਲੋ। ਯਾਦ ਉਹਨੂੰ ਵੀ ਕਰਦੇ ਨੇ ਕਿਹਨਾਂ ਨੂੰ? ਤੇ ਜਿਨ੍ਹਾਂ ਨੇ ਕੁਝ ਕੀਤਾ ਹੈ, ਤੇ ਯਾਦ ਉਹਨਾਂ ਨੂੰ ਵੀ ਕੀਤਾ। ਜਗ ਯਾਦ ਮਨਾਉਂਦਾ ਜੀ ਜਿਨ੍ਹਾਂ ਨੇ ਕੀਤੀਆਂ ਨੇ ਨੇਕ ਕਮਾਈਆਂ। ਜਗ ਯਾਦ ਮਨਾਉਂਦਾ ਜੀ ਜਿਨ੍ਹਾਂ ਨੇ ਕੀਤੀਆਂ ਨੇ ਨੇਕ ਕਮਾਈਆਂ। ਜਗ ਯਾਦ ਮਨਾਉਂਦਾ ਜੀ ਜਿਨ੍ਹਾਂ ਨੇ ਕੀਤੀਆਂ ਨੇ ਨੇਕ ਕਮਾਈਆਂ। ਜਗ ਯਾਦ ਮਨਾਉਂਦਾ ਜੀ ਜਿਨ੍ਹਾਂ ਨੇ ਕੀਤੀਆਂ ਨੇ ਨੇਕ ਕਮਾਈਆਂ। ਜਗ ਯਾਦ ਮਨਾਉਂਦਾ ਜੀ ਜਿਨ੍ਹਾਂ ਨੇ ਕੀਤੀਆਂ ਨੇ ਨੇਕ ਕਮਾਈਆਂ। ਜਗ ਯਾਦ ਮਨਾਉਂਦਾ ਜੀ ਜਿਨ੍ਹਾਂ ਨੇ ਕੀਤੀਆਂ ਨੇ ਨੇਕ ਕਮਾਈਆਂ। ਜਗ ਸਜਦੇ ਕਰਦਾ ਜੀ ਉਹ ਜਗ ਸਜਦੇ ਕਰਦਾ ਜੀ ਜਿਨ੍ਹਾਂ ਨੇ ਕੀਤੀਆਂ ਨੇ ਨੇਕ ਕਮਾਈਆਂ। ਜਗ ਯਾਦ ਮਨਾਉਂਦਾ ਜੀ ਜਿਨ੍ਹਾਂ ਨੇ ਕੀਤੀਆਂ ਨੇ ਨੇਕ ਕਮਾਈਆਂ। ਜਗ ਯਾਦ ਮਨਾਉਂਦਾ ਜੀ ਜਿਨ੍ਹਾਂ ਨੇ ਕੀਤੀਆਂ ਨੇ ਨੇਕ ਕਮਾਈਆਂ। ਜਗ ਯਾਦ ਮਨਾਉਂਦਾ ਜਿਨ੍ਹਾਂ ਨੇ ਕੀਤੀਆਂ ਨੇ ਨੇਕ ਕਮਾਈਆਂ। ਜਗ ਯਾਦ ਮਨਾਉਂਦਾ ਜੀ ਜਿਨ੍ਹਾਂ ਨੇ ਕੀਤੀਆਂ ਨੇ ਨੇਕ ਕਮਾਈਆਂ। ਜਗ ਯਾਦ ਮਨਾਉਂਦਾ ਜੀ ਜਿਨ੍ਹਾਂ ਨੇ ਕੀਤੀਆਂ ਨੇ ਨੇਕ ਕਮਾਈਆਂ। ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਯਾਦ ਗੰਗੂ ਨੂੰ ਵੀ ਕੀਤਾ ਜਾਂਦਾ। ਕੀ ਕਹਿੰਦੇ ਆ? ਦੇਖ ਲਓ ਇਹਨਾਂ ਦਿਨਾਂ ਦੇ ਵਿੱਚ ਆ ਕੇ ਕਿਵੇਂ ਯਾਦ ਕਰਦੇ ਆ ਉਸ ਗੰਗੂ ਨੂੰ। ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ ਵਿੱਚ ਛੱਤ ਦੇ ਦੇਖ ਕੇ ਮਾਲ ਗੰਗੂ। ਪੀਰ ਪੁੱਤ ਸੀ ਭਾਵੇਂ ਬ੍ਰਾਹਮਣ ਦਾ ਪਰ ਨਿਕਲਿਆ ਬੜਾ ਚੰਡਾਲ ਗੰਗੂ। ਯਾਦ ਉਹਨੂੰ ਵੀ ਕਰਦੇ ਆ। ਯਾਦ ਹਰਨਾਕਸ਼ ਨੂੰ ਵੀ ਕਰਦੇ ਨੇ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਤੇ ਯਾਦ ਸੂਬਾ ਸਰਹੰਦ ਨੂੰ ਵੀ ਕਰਦੇ ਨੇ। ਉਸ ਪਾਪੀ ਨੂੰ ਪਾਪੀ ਕਹਿ ਕੇ, ਗੰਦਾ ਬੰਦਾ ਕਹਿ ਕੇ ਯਾਦ ਕੀਤਾ ਜਾਂਦਾ ਹੈ। ਯਾਦ ਬਾਬੇ ਮੋਤੀ ਮਹਿਰੇ ਨੂੰ ਵੀ ਕੀਤਾ ਜਾਂਦਾ ਹੈ। ਉਹਦੀ ਯਾਦ ਵਿੱਚ ਅੱਜ ਵੀ ਲਗਾਤਾਰ ਜਿੱਥੇ ਜਿੱਥੇ ਉਹਨਾਂ ਦੀ ਕੌਮ ਬੈਠੀ ਆ ਉੱਥੇ ਥਾਂ ਥਾਂ ਤੇ ਦੁੱਧ ਦੇ ਲੰਗਰ ਚੱਲਦੇ ਨੇ, ਕਿਉਂਕਿ ਬਾਬੇ ਮੋਤੀ ਮਹਿਰੇ ਨੇ ਦੁੱਧ ਦੀ ਸੇਵਾ ਕਰੀ 3 ਦਿਨ। ਅੱਜ ਵਾਲਾ ਦੁੱਧ ਨਹੀਂ ਸੀ ਵੀ 50-60 ਰੁਪਏ ਕਿਲੋ ਲਿਆਂਦਾ। ਬਾਬੇ ਮੋਤੀ ਮਹਿਰੇ ਵਾਲਾ ਦੁੱਧ ਵੀ ਬੜਾ ਮਹਿੰਗਾ ਸੀ, ਕਿਉਂਕਿ ਜੇ ਮਹਿੰਗਾ ਸੀ ਅੱਜ ਤਾਂ ਹੀ ਯਾਦ ਕਰਦੇ ਆ ਨਾ ਉਹਨਾਂ ਨੂੰ। ਇੱਕ ਦੁੱਧ ਦਾ ਗੜਬਾ ਕਿੰਨਾ ਕੁ ਮਹਿੰਗਾ ਸੀ। ਆਪਣਾ ਘਰ ਘਾਟ ਵੇਚ ਕੇ, ਆਪਣੇ ਘਰ ਦੇ ਵਿੱਚ ਸਾਰੀਆਂ ਸਰਫੀਆਂ ਮੋਹਰਾਂ ਚੁੱਕ ਕੇ, ਘਰ ਵਾਲੀ ਦੇ ਗਹਿਣੇ ਵੇਚ ਕੇ, ਤੇ ਫੇਰ 3 ਦਿਨ ਲਗਾਤਾਰ ਦੁੱਧ ਦੀ ਸੇਵਾ ਕਰੀ ਬਾਬੇ ਮੋਤੀ ਮਹਿਰੇ ਨੇ। ਜਿੱਥੇ ਅੱਜ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ, ਉੱਥੇ ਬਾਬੇ ਮੋਤੀ ਮਹਿਰੇ ਨੂੰ ਯਾਦ ਕੀਤਾ ਜਾਂਦਾ ਹੈ, ਕਿਉਂਕਿ ਉਹਨੇ ਸ਼ੁਭ ਕਰਮ ਕੀਤਾ।
ਚੰਗਾ ਕੰਮ ਕੀਤਾ। ਤੇ ਤਾਂ ਕਰਕੇ ਯਾਦ ਕਰਦੇ ਆ ਮਨੁੱਖ ਤੂੰ ਚੰਗਾ ਕੰਮ ਕਰ, ਈਰਖਾ ਦਵੈਤ ਕੱਢ ਕੇ ਕਿਤੇ ਸ਼ੁਭ ਕਰਮ ਚੰਗਾ ਕਰਮ ਕਰਕੇ ਦੇਖ। ਫਿਰ ਕਹਿਣਗੇ ਪ੍ਰਹਿਲਾਦ ਤਰਾਇਆ, ਜੇ ਤੂੰ ਮਾੜਾ ਕੰਮ ਕਰੇਗਾ ਹਰਨਾਕਸ਼ ਦੁਸ਼ਟ ਹਰ ਮਾਰਿਆ। ਫਿਰ ਇਸ ਤਰ੍ਹਾਂ ਕਹਿਣਗੇ ਜੇ ਚੰਗਾ ਕੰਮ ਕਰੇਗਾ ਫਿਰ ਪ੍ਰਹਿਲਾਦ ਤਰਾਇਆ, ਜੇ ਮਾੜਾ ਕਰੇਗਾ ਫਿਰ ਦੁਸ਼ਟ ਕਹਿ ਕੇ ਲੋਕ ਦੁਨੀਆ ਦੇ ਆਵਾਜ਼ ਮਾਰਨ। ਇਸ ਕਰਕੇ ਆਓ ਅੱਗੇ ਆਪਾਂ ਸਾਰਾ ਇਤਿਹਾਸ ਬਚਿਆ ਚਮਕੌਰ ਦੀ ਗੜੀ ਵੱਲ ਅੱਜ ਥੋੜਾ ਜਿਹਾ ਝਾਤ ਮਾਰੀਏ। ਵੱਡੇ ਸਾਹਿਬਜ਼ਾਦੇ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਪਰਿਵਾਰ ਸਰਸਾ ਦੇ ਕੰਢੇ ਉੱਤੇ ਵਿਛੜ ਗਿਆ ਸਾਰਾ, ਤੇ ਧੰਨ ਗੁਰੂ ਦੇ ਲਾਲ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗੰਗੂ ਦੇ ਨਾਲ ਇੱਕ ਪਾਸੇ ਨੂੰ ਹੋ ਤੁਰੇ। ਵੱਡੇ ਸਾਹਿਬਜ਼ਾਦੇ ਤੇ 38 ਸਿੱਖ ਗੁਰੂ ਦੇ ਚਮਕੌਰ ਦੀ ਗੜੀ ਨੂੰ ਹੋ ਤੁਰੇ। ਦੋ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨੂੰ ਹੋ ਤੁਰੇ। ਤੇ ਧੰਨ ਮਾਤਾ ਗੁਜਰੀ ਜੀ ਨੇ ਫਿਰ ਵਾਹਿਗੁਰੂ ਸਰਸਾ ਦੇ ਕੰਢੇ ਉੱਤੇ ਖੜ ਕੇ ਕੰਬੋ ਮਾਸ਼ਕੀ ਦੀ ਕੁੱਲੀ ਦੇ ਵਿੱਚ ਉਹਦੇ ਬਾਹਰ ਦੇ ਅੱਗੇ ਖੜ ਕੇ ਬੜੇ ਪਿਆਰ ਦੀ ਆਵਾਜ਼ ਦਿੱਤੀ ਸੀ। ਕਹਿਣ ਲੱਗੀ ਆ ਮੇਰੇ ਛੋਟੇ ਛੋਟੇ ਦੋ ਪੋਤਰੇ ਨੇ। ਇਤਿਹਾਸ ਦੇ ਨਾਲ ਆਪਣੇ ਮਨ ਅੰਦਰ ਝਾਤੀ ਮਾਰੀਏ। ਅੱਜ ਦਾ ਸਮਾਂ ਜਿਹੜਾ ਚੱਲਦਾ, ਅੱਜ ਸਾਡੇ ਕੋਲ ਸਭ ਸੁੱਖ ਸਾਧਨ ਹੈ, ਘਰ ਹੈ, ਵਧੀਆ ਪੈਣ ਵਾਸਤੇ ਬਿਸਤਰੇ ਹੈ, ਸੁੱਖ ਸਾਧਨ ਹੈ, ਠੰਡ ਤੋਂ ਬਚਣ ਵਾਸਤੇ ਨੇਕਾਂ ਤਰ੍ਹਾਂ ਦੇ ਤਰੀਕੇ ਹਨ ਸਾਡੇ ਕੋਲੇ। ਪਰ ਮਾਂ ਗੁਜਰੀ ਉੱਤੇ ਛੱਤ ਨਹੀਂ ਸੀ, ਮੋਟਾ ਵਸਤਰ ਨਹੀਂ ਸੀ, ਢਿੱਡ ਵਿੱਚ ਭੋਜਨ ਨਹੀਂ ਸੀ, ਚਰਨਾਂ ਤੋਂ ਨੰਗੇ ਸਨ। ਤੇ ਕੰਬੋ ਮਾਸ਼ਕੀ ਦੀ ਛੰਨ ਦੇ ਅੱਗੇ ਖੜ ਕੇ ਤੁਸੀਂ ਆਪਣੇ ਪੋਤਰੇ ਪੋਤਰੀਆਂ ਨਾਲ, ਆਪਣੇ ਬੱਚਿਆਂ ਨਾਲ ਕਿੰਨਾ ਕੁ ਪਿਆਰ ਕਰਦੇ ਹੋ, ਤੇ ਮਾਂ ਗੁਜਰੀ ਆਪਣੇ ਬੱਚਿਆਂ ਨਾਲ ਕਿੰਨਾ ਕੁ ਪਿਆਰ ਕਰਦੀ ਹੋਣੀ ਹੈ। ਧੰਨ ਮਾਤਾ ਗੁਜਰੀ ਜੀ ਨੇ ਉਸ ਕੰਬੋ ਮਾਸ਼ਕੀ ਦੇ ਬਾਹਰ ਦੇ ਵਿੱਚ ਖੜ ਕੇ ਕਿਹਾ ਸੀ, ਸਾਡੀ ਰਾਤ ਕਟਾ ਦੇ ਤੂੰ। ਮਾਂ ਗੁਜਰੀ ਨੇ, ਜਿਸ ਮਾਂ ਗੁਜਰੀ ਦੀ ਸੇਵਾ ਕਰੀ ਬਾਬੇ ਮੋਤੀ ਮਹਿਰੇ ਨੇ, ਉਹ ਮਾਂ ਦੇ ਮੁਖ ਦੇ ਬੋਲ ਸਨ, ਸਾਡੀ ਰਾਤ ਕਟਾ ਦੇ ਤੂੰ, ਅਸੀਂ ਤਾਂ ਰਾਤ ਕਟਣ ਲਈ ਆਏ। ਰਾਤ ਕਟਾ ਦੇ ਤੂੰ, ਅਸੀਂ ਤਾਂ ਬਣ ਕੇ ਮੁਸਾਫਰ ਆਏ। ਰਾਤ ਕਟਾ ਦੇ ਤੂੰ, ਅਸੀਂ ਤਾਂ ਰਾਤ ਕਟਣ ਲਈ ਆਏ। ਸਾਡੀ ਰਾਤ ਕਟਾ ਦੇ ਤੂੰ, ਅਸੀਂ ਤਾਂ ਬਣ ਕੇ ਮੁਸਾਫਰ ਆਏ। ਸਾਡੀ ਰਾਤ ਕਟਾ ਦੇ ਤੂੰ, ਅਸੀਂ ਤਾਂ ਬਣ ਕੇ ਮੁਸਾਫਰ ਆਏ। ਸਾਡੀ ਰਾਤ ਕਟਾ ਦੇ ਤੂੰ, ਅਸੀਂ ਤਾਂ ਬਣ ਕੇ ਮੁਸਾਫਰ ਆਏ। ਸਾਡੀ ਰਾਤ ਕਟਾ ਦੇ ਤੂੰ, ਮੇਰੇ ਤਾਂ ਛੋਟੇ ਬਾਲ ਨਿਆਣੇ। ਰਾਤ ਕਟਾ ਦੇ ਤੂੰ, ਮੇਰੇ ਛੋਟੇ ਬਾਲ ਨਿਆਣੇ। ਸਾਡੀ ਰਾਤ ਕਟਾ ਦੇ ਤੂੰ, ਮੇਰੇ ਛੋਟੇ ਬਾਲ ਨਿਆਣੇ। ਸਾਡੀ ਰਾਤ ਕਟਾ ਦੇ ਤੂੰ, ਮੇਰੇ ਛੋਟੇ ਬਾਲ ਨਿਆਣੇ। ਸਾਡੀ ਰਾਤ ਕਟਾ ਦੇ ਤੂੰ, ਮੇਰੇ ਛੋਟੇ ਬਾਲ ਨਿਆਣੇ। ਸਾਡੀ ਰਾਤ ਕਟਾ ਦੇ ਤੂੰ, ਮੇਰੇ ਛੋਟੇ ਬਾਲ ਨਿਆਣੇ। ਅਮਰ ਇਤਿਹਾਸ, ਅਮਰ ਸ਼ਹੀਦ ਬਾਬਿਆਂ ਦਾ ਅਮਰ ਇਤਿਹਾਸ ਹੈ। ਸੋ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ, ਜਿਹੜੇ ਉਹ ਸਾਹਮਣੇ ਕੁਰਸੀਆਂ ਤੇ ਬੈਠੇ ਨੇ ਉਹਨਾਂ ਨੂੰ ਉਠਾਓ ਬਈ, ਵਧੀਆ ਨਹੀਂ ਲੱਗਦੀ। ਮਹਾਰਾਜ ਦੀ ਗੋਦ ਦੇ ਵਿੱਚ ਕੁਰਸੀਆਂ ਤੇ ਬੈਠੇ ਵਧੀਆ ਨਹੀਂ ਲੱਗਦਾ। ਉਹਨਾਂ ਨੂੰ ਇਤਿਹਾਸ ਯਾਦ ਨਹੀਂ ਹੋਣਾ, ਪਤਾ ਨਹੀਂ ਹੋਣਾ ਵੀ ਬਾਬੇ ਮੋਤੀ ਮਹਿਰੇ ਦਾ ਦਿਨ ਹੈ। ਕਿਉਂਕਿ ਚਲੋ ਕਰੜੀ ਜੀ ਗੱਲ ਹੈ, ਖੈਰ ਗੁੱਸਾ ਤਾਂ ਲੱਗਦਾ ਹੈ ਹਰੇਕ ਨੂੰ ਵੀ ਇਹ ਬਾਬਾ ਕਿਉਂ ਬੋਲਦਾ ਹੈ। ਇਹ ਕੇਵਲ ਤੇ ਕੇਵਲ ਧੁੱਪ ਵਿੱਚ ਬੈਠਣ ਵਾਸਤੇ ਜਾਂ ਦੁੱਧ ਛਕਣ ਵਾਸਤੇ ਹੀ ਆਉਂਦੇ ਨੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵੀ ਚਾਹ ਦੁੱਧ ਦਾ ਗਲਾਸ ਭਰਿਆ, ਧੁੱਪ ਵਿੱਚ ਬਹਿ ਗਏ, ਕੁਰਸੀ ਢਾ ਕੇ ਦੁੱਧ ਪੀਤਾ ਤੇ ਪੇਟ ਉੱਤੇ ਫੇਰ ਕੇ ਹੱਥ ਤੇ ਆਪਣੇ ਘਰਾਂ ਨੂੰ ਮੁੜ ਗਏ। ਇਹ ਉਹ ਲੋਕ ਨੇ। ਪਰ ਇੱਕ ਦੇ ਮਨ ਵਿੱਚ ਦਰਦ ਹੁੰਦਾ ਹੈ, ਇੱਕ ਦੇ ਮਨ ਦੇ ਵਿੱਚ ਇੰਨਾ ਕੁ ਦਰਦ ਹੁੰਦਾ ਹੈ ਵੀ ਆਹ ਸ਼ਹਾਦਤਾਂ ਦੇ ਦਿਨ ਚੱਲਦੇ ਨੇ,
ਸਾਡੇ ਘਰ ਦੇ ਵਿੱਚ ਕੋਈ ਅਚਨਚੇਤ ਨਾ ਕਰੇ ਰੱਬ, ਇਹੋ ਜੀ ਕੋਈ ਘਟਨਾ ਵਾਪਰ ਜਾਵੇ ਤੇ ਸੱਚ ਜਾਣਿਓ ਪਿਆਰਿਓ, ਸਾਡੇ ਘਰ ਦੇ ਵਿੱਚ ਨਾ ਪਾਈਆ ਦਾਲ ਮੂੰਗੀ ਦੀ ਦੇ ਵਿੱਚ 10 ਕਿਲੋ ਪਾਣੀ ਪਾ ਕੇ ਵਾਲ ਕੇ ਰੱਖ ਦਿੰਦੇ ਨੇ। ਕੋਈ ਨਾ ਕਰੇ ਰੱਬ ਇਹੋ ਜੀ ਗੱਲ ਹੋ ਜਾਵੇ, ਪਾਈਆ ਦਾਲ ਮੂੰਗੀ ਦੀ 10 ਕਿਲੋ ਪਾਣੀ ਵਿੱਚ ਬਾਲ ਕੇ ਖਵਾਉਂਦੇ ਨੇ, ਉਹ ਬਿਨਾਂ ਤੜਕੇ ਤੋਂ, ਤੜਕਾ ਵੀ ਨਹੀਂ ਲਾਉਂਦੇ ਉਹਨੂੰ। ਕਿਉਂ ਪੁੱਛਿਆ ਮੈਂ ਕਈਆਂ ਨੂੰ, ਕਹਿੰਦੇ ਜੀ ਕੀ ਕਰੀਏ, ਦੁੱਖ ਹੈ ਸਾਡੇ ਘਰ ਦੇ ਵਿੱਚ, ਇਹੋ ਜੀ ਕੋਈ ਜਿਹੜੀ ਖੇਡ ਵਾਪਰ ਗਈ, ਸਾਨੂੰ ਦੁੱਖ ਹੈ ਤਾਂ ਕਰਕੇ ਅਸੀਂ। ਤੇ ਇਹ ਤਾਂ ਇੱਕ ਨਹੀਂ ਸੀ, ਬਾਬਾ ਮੋਤੀ ਮਹਿਰੇ ਦੇ 4 ਪਰਿਵਾਰ ਦੇ ਮੈਂਬਰ ਸੀ, 4 ਜਿਨ੍ਹਾਂ ਦੀ ਯਾਦ ਵਿੱਚ ਅੱਜ ਜੁੜ ਕੇ ਬੈਠੇ ਆ। ਬਾਬਾ ਮੋਤੀ ਮਹਿਰਾ ਜੀ, ਉਹਨਾਂ ਦੀ ਪਤਨੀ, ਉਹਨਾਂ ਦੀ ਮਾਤਾ ਤੇ ਉਹਨਾਂ ਦਾ 7 ਸਾਲ ਦਾ ਪੁੱਤਰ। 4 ਲਾਸ਼ਾਂ, 4 ਸਰੀਰ ਪਏ ਸੀ ਘਰ ਦੇ ਵਿੱਚ, 4 ਜਿਹੜੇ ਕੋਲੂ ਦੇ ਵਿੱਚ ਪੀੜੇ ਗਏ ਨੇ, 4 ਸਰੀਰ ਸੀ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ। ਸਾਡੇ ਘਰ ਦੇ ਵਿੱਚ ਇੱਕ ਸੱਜਣ ਤੁਰ ਜਾਵੇ, ਸਾਡੇ ਘਰ ਦੇ ਵਿੱਚ 10 ਕਿਲੋ ਪਾਣੀ ਦੇ ਵਿੱਚ ਪਾਈਆ ਮੂੰਗੀ ਦੀ ਦਾਲ ਵਾਲ ਕੇ ਖਵਾ ਦਿੰਦੇ ਆ। ਤੇ ਜਿਸ ਘਰ ਦੇ ਵਿੱਚੋਂ 4 ਪਰਿਵਾਰ ਦੇ, ਉਹ ਵੀ ਬਿਮਾਰ ਨਹੀਂ ਸੀ ਕੋਈ, ਇਹ ਨਹੀਂ ਕੋਈ ਹਸਪੀਟਲ ਦੇ ਵਿੱਚ ਪੈ ਕੇ ਮਰੇ ਨੇ, ਜਿਉਂਦਿਆਂ ਨੂੰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ। ਉਹਨਾਂ ਦੀ ਯਾਦ ਵਿੱਚ ਬੈਠੇ ਆ। ਜਿਨ੍ਹਾਂ ਨੂੰ ਦਰਦ ਹੈ, ਜਿਨ੍ਹਾਂ ਨੂੰ ਪਤਾ ਹੈ, ਉਹਨਾਂ ਦੇ ਤਾਂ ਮਨ ਦੇ ਵਿੱਚ ਵੱਜਦੀ ਹੈ ਇਹ ਗੱਲ ਵੀ ਹਾਂ ਸਾਡੇ ਵਾਸਤੇ ਸ਼ਹਾਦਤ ਦਿੱਤੀ। ਜਿਨ੍ਹਾਂ ਨੂੰ ਪਤਾ ਨਹੀਂ, ਉਹਨਾਂ ਨੇ ਫਿਰ ਬਸ ਉਹ ਉਸੇ ਕੰਮ ਤੱਕ ਹੀ ਆਉਂਦੇ ਨੇ, ਬਸ ਉਹ ਕਿਹੜਾ ਉਹਨਾਂ ਨੇ ਛਕਣਾ ਛਕਾਉਣਾ ਜ਼ਰੂਰੀ ਹੈ, ਸਰੀਰ ਦੀ ਖੁਰਾਕ ਹੈ, ਪਰ ਜਿੱਥੇ ਸਰੀਰ ਦੀ ਖੁਰਾਕ ਦੀ ਲੋੜ ਆ, ਉੱਥੇ ਮਨ ਦੀ ਖੁਰਾਕ ਅੰਮ੍ਰਿਤਮਈ ਬਾਣੀ ਦੇ ਨਾਲ ਜੁੜਨਾ ਹੈ। ਤੇ ਆਓ ਸਾਰੇ ਜੁੜੋ, ਪ੍ਰਬੰਧਕਾਂ ਨੂੰ ਬੇਨਤੀ ਹੈ, ਸੇਵਾਦਾਰਾਂ ਨੂੰ ਬਿਠਾ ਲਓ, ਜਿਹੜੇ ਸੇਵਾਦਾਰ ਜ਼ਰੂਰੀ ਦੇ ਨੇ ਭਾਈ। ਚਲੋ ਸਾਰੇ ਤਾਂ ਸੇਵਾਦਾਰ ਹੁੰਦੇ ਨਹੀਂ, 2-4 ਹੀ ਹੁੰਦੇ ਨੇ ਸੇਵਾਦਾਰ ਤਾਂ, ਤੇ ਬਾਕੀਆਂ ਨੂੰ ਬੇਨਤੀ ਕਰੋ ਹੱਥ ਬੰਨ੍ਹ ਕੇ ਵੀ ਜਾਂ ਤਾਂ ਪੰਡਾਲ ਵਿੱਚ ਬਹਿ ਜਾਓ ਤੇ ਨਹੀਂ ਚਲੋ ਆਪਣੇ ਘਰਾਂ ਨੂੰ ਤੁਰਦੇ ਲੱਗੋ ਇੱਥੋਂ। ਸਾਨੂੰ ਨਹੀਂ ਲੋੜ ਤੁਹਾਡੀ ਇਹੋ ਜਿਹੀ ਸ਼ਰਧਾਂਜਲੀ ਦੀ, ਸਾਨੂੰ ਉਹਨਾਂ ਦੀ ਲੋੜ ਆ, ਉਹ ਸ਼ਰਧਾਂਜਲੀ ਦੀ ਲੋੜ ਹੈ ਜਿਹੜੇ ਬੈਠ ਕੇ ਬਾਬਾ ਜੀ ਦੀ ਯਾਦ ਵਿੱਚ ਜੁੜਦੇ ਨੇ। ਸਾਨੂੰ ਉਹ ਸੱਚੀ ਤੇ ਸੁੱਚੀ ਸ਼ਰਧਾਂਜਲੀ ਦੀ ਲੋੜ ਹੈ। 38 ਸਿੱਖਾਂ ਸਮੇਤ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਰੋਪੜ ਸ਼ਹਿਰ ਦੇ ਵਿੱਚ ਗੁਰਦੁਆਰਾ ਭੱਠਾ ਸਾਹਿਬ ਅੱਜ ਬਣਿਆ, ਉੱਥੇ ਮਹਾਰਾਜ ਜੀ ਉੱਥੇ ਨੂੰ ਹੋ ਗਏ ਸਿੱਧਾ। ਅੱਗੇ ਪੁੱਛਿਆ ਗਿਆ ਵੀ ਆਹ ਜਗ੍ਹਾ ਕਿੱਧਰ ਨੂੰ, ਕੋਟਲਾ ਨਹੰਗ ਖਾਨ ਦਾ ਭੱਠਾ ਸੀ। ਮਹਾਰਾਜ ਜੀ ਉੱਧਰ ਨੂੰ ਹੋ ਕੇ ਪੁੱਛਿਆ ਇਹ ਰਸਤਾ ਕਹਿੰਦੇ ਕਿਸੇ ਨੇ ਮਖੌਲ ਕਰ ਦਿੱਤਾ, ਹਾਂ ਇਹ ਸਿੱਧਾ ਹੀ ਜਾਂਦਾ ਹੈ। ਮਹਾਰਾਜ ਦਾ ਨੀਲਾ ਘੋੜਾ ਉਸ ਭੱਠੇ ਉੱਤੇ ਜਾ ਚੜਿਆ, ਅੱਗ ਵਾਂਗੂ ਤਪਦਾ ਸੀ ਭੱਠਾ, ਠੰਡਾ ਠਾਰ ਹੋ ਗਿਆ। ਜਦੋਂ ਗੁਰੂ ਜੀ ਦੇ ਉਸ ਘੋੜੇ ਨੇ ਮੁਬਾਰਕ ਚੱਲਣ ਪਾਏ ਤੇ ਭੱਠਾ ਠੰਡਾ। ਅੱਜ ਦੇਖ ਲਓ ਜਿੱਥੇ ਘੋੜਾ ਚੜਿਆ ਸੀ ਭੱਠੇ ਦੇ ਉੱਤੇ, ਅੱਜ ਉੱਥੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਸੁਸ਼ੋਭਿਤ ਹੈ, ਦਰਸ਼ਨ ਕਰਦੀਆਂ ਨੇ ਸੰਗਤਾਂ। ਤੇ ਅਸੀਂ ਉਸ ਗੁਰੂ ਦੇ ਸੇਵਕ ਹਾਂ, ਉਸ ਗੁਰੂ ਦੀ ਫੁੱਲਵਾੜੀ ਆ, ਉਸ ਬਾਬੇ ਮੋਤੀ ਮਹਿਰੇ ਦੇ ਫੁੱਲ ਹਾਂ ਅਸੀਂ, ਜਿਹਨੇ ਸਾਡੇ ਵਾਸਤੇ ਆਪਣਾ ਪਰਿਵਾਰ ਸਾਰਾ ਕੁਰਬਾਨ ਕਰ ਦਿੱਤਾ। ਉਹ ਪਿਆਰਿਓ ਜੁੜ ਕੇ ਘੰਟਾ 2 ਘੰਟੇ ਹੁੰਦੇ ਨੇ ਆਪਣੇ ਕੋਲੇ, ਜਿਹੜਾ ਸਮਾਂ ਆਪਾਂ ਗੁਰਬਾਣੀ ਦਾ ਕਥਾ ਕੀਰਤਨ ਕਰਦੇ ਹਾਂ, ਉਸ ਤੋਂ ਬਾਅਦ ਫਿਰ ਆਪੋ ਆਪਣੇ ਕੰਮਾਂ ਦੇ ਵਿੱਚ ਜੁੜ ਜਾਂਦੇ ਆ। ਗੁਰੂ ਆਇਆ, ਗੁਰੂ ਦਾ ਸਤਿਕਾਰ ਕਰੀਏ, ਮਾਣ ਕਰੀਏ ਵੀ ਸਾਡੇ ਇਸ ਦੁੱਖ ਦੀ ਘੜੀ ਦੇ ਵਿੱਚ ਅੱਜ ਗੁਰੂ ਸਾਹਿਬ ਜੀ ਆਪ ਸ਼ਰੀਕ ਹੋਏ ਹਨ ਆ ਕੇ। ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਉਹ ਬਖਸ਼ਿਸ਼ ਕੀਤਾ, ਭਾਈ ਪਾਠ ਕਰੋ ਤੁਹਾਨੂੰ ਧਰਵਾਸ ਹੋ ਜਾਵੇਗਾ। ਠੀਕ ਹੈ, ਜਿਹਦੇ ਉੱਤੇ ਦੁੱਖ ਦੀਆਂ ਘੜੀਆਂ ਨੇ ਤੇ ਉਹਨਾਂ ਦੀ ਬਾਬਤ ਲਿਖਦੇ ਨੇ, ਲੱਗੀਆਂ ਵਾਲੇ ਜਾਣਦੇ, 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 ਲੱਗੀਆਂ ਵਾਲੇ ਜਾਣਦੇ। ਇਹ ਦਰਦਾਂ ਨੂੰ ਕੀ ਲੱਗੀਆਂ ਵਾਲੇ ਲੱਗੀਆਂ ਵਾਲੇ ਜਾਣਦੇ, ਉਹਦੇ ਦਰਦਾਂ ਨੂੰ ਕੀ ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ। ਉਹਦੇ ਦਰਦਾਂ ਨੂੰ ਕੀ ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ। ਦੋ ਭਰਾਵਾਂ ਦੀ, ਸਕੇ ਭਰਾਵਾਂ ਦੀ ਕੱਚੀ ਹਵੇਲੀ ਆ। ਮਹਾਰਾਜ ਕਹਿਣ ਲੱਗੇ ਮੁਗਲੀਆ ਪਠਾਨ ਫੌਜ ਪਿੱਛੇ ਚੜੀ ਆ ਰਹੀ ਹੈ, ਇਉਂ ਕਰੋ
ਇੱਥੇ ਦੇਖੋ ਕੋਈ ਕਿਲੇ ਦੀ ਸ਼ਕਲ ਹੋਵੇ ਜਾਂ ਕੋਈ ਜਗ੍ਹਾ ਬਣੀ ਹੋਵੇ ਜਿੱਥੇ ਆਪਾਂ ਇਹਨਾਂ ਮੁਗਲਾਂ ਦੇ ਨਾਲ ਦੋ ਹੱਥ ਕਰ ਲਈਏ। ਦੋ ਭਰਾਵਾਂ ਦੀ ਹਵੇਲੀ ਹੈ। ਜਾ ਕੇ ਭਾਈ ਦਿਆਲ ਸਿੰਘ ਨੇ ਪੁੱਛਿਆ, ਇਹ ਹਵੇਲੀ ਜਿਹੜੀ ਹੈ ਸਾਨੂੰ ਕੁਝ ਸਮੇਂ ਵਾਸਤੇ ਦੇ ਦਿਓ। ਮਹਾਰਾਜ ਦੇ ਤਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ 38 ਸਿੱਖ ਨੇ, 2 ਸਾਹਿਬਜ਼ਾਦੇ ਨੇ, ਤੇ ਫੌਜ ਪਿੱਛੋਂ ਚੜੀ ਆ ਰਹੀ ਹੈ। ਅਸੀਂ ਉਹਦਾ ਟੱਕਰਾ ਕਰਨਾ। ਦੋਨੋਂ ਭਰਾ ਡਰ ਗਏ ਪਹਿਲਾਂ ਤਾਂ। ਉਹ ਕਹਿਣ ਲੱਗੇ ਇਹਨਾਂ ਦੇ ਮਗਰ ਮੁਗਲੀਆ ਫੌਜ ਲੱਗੀ ਹੋਈ ਹੈ, ਨੁਕਸਾਨ ਸਾਡਾ ਵੀ ਬਹੁਤਾ ਹੋਊਗਾ, ਮਹਾਰਾਜ ਦਾ ਵੀ ਨੁਕਸਾਨ ਹੋਊਗਾ। ਇੱਕ ਭਰਾ ਨੇ ਹੱਥ ਬੰਨ੍ਹ ਕੇ ਕਹਿ ਦਿੱਤਾ, ਮੇਰੀ ਜਿਹੜੀ ਅੱਧੀ ਹੈ ਹਵੇਲੀ ਨਾਲ ਅੱਧਾ ਹਿੱਸਾ ਮੇਰਾ ਇਹਦੇ ਵਿੱਚ, ਉਹ ਤੁਹਾਡੇ ਵਾਸਤੇ ਖਾਲੀ ਹੈ। ਦੂਜਾ ਜਿਹੜਾ ਭਰਾ ਕੁਝ ਸਖਤਾ ਸੀ, ਉਹ ਕਹਿਣ ਲੱਗਿਆ ਮੈਂ ਨਹੀਂ ਇਹ ਹਵੇਲੀ ਦੇਣੀ। ਭਾਈ ਦਿਆਲ ਸਿੰਘ ਨੇ ਕੁਝ ਆਪਣੇ ਗੋਝੇ ਵਿੱਚੋਂ ਸੋਨੇ ਦੀਆਂ ਮੋਹਰਾਂ ਵੀ ਕੱਢ ਕੇ ਦਿੱਤੀਆਂ, ਤੇ ਉਹ ਜਿਹੜੀ ਹਵੇਲੀ ਦੇ ਉੱਤੇ ਚਲੋ ਖੈਰ ਕਬਜ਼ਾ ਕੀਤਾ ਗਿਆ। ਸ਼ਾਮ ਦਾ ਵਕਤ ਹੋਇਆ, 7 ਪੋਹ ਦੀ ਰਾਤ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਆਪਣਾ ਰਹਿਣ ਬਸੇਰਾ ਕੀਤਾ। ਕੁਝ ਕੁ ਸਿੱਖ ਸੀ ਸਨ ਜਿਨ੍ਹਾਂ ਦੇ ਕਮਰ ਕਸੇ ਢਿੱਲੇ ਸੀ। ਮਹਾਰਾਜ ਜੀ ਨੇ ਉਹਨਾਂ ਦੇ ਕਮਰ ਕਸੇ ਆਪ ਕਸੇ। ਕੁਝ ਦੇ ਸਿਰ ਦੇ ਦਮਾਲੇ ਢਿੱਲੇ ਸੀ, ਮਹਾਰਾਜ ਨੇ ਆਪ ਦਮਾਲੇ ਕਸੇ। ਤੇ ਸ਼ਾਮ ਦਾ ਵਕਤ ਹੋਇਆ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਰੇ ਸਿੰਘਾਂ ਦੇ ਵਿਚਕਾਰ ਬੈਠ ਕੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ। ਸਾਨੂੰ ਪੂਰਨੇ ਪਾ ਕੇ ਮਹਾਰਾਜ ਨੇ ਦੱਸਿਆ, ਜੇ ਦੁੱਖ ਦੀ ਘੜੀ ਹੋਵੇ, ਤੇਰੇ ਕੋਲੇ ਘਰ ਨਾ ਹੋਵੇ, ਤੇਰੇ ਢਿੱਡ ਵਿੱਚ ਭੋਜਨ ਨਾ ਹੋਵੇ, ਠੰਡ ਦਾ ਸਮਾਂ ਹੋਵੇ, ਤੇਰੇ ਤੇ ਮੋਟਾ ਵਸਤਰ ਨਾ ਹੋਵੇ, ਫਿਰ ਵੀ ਸਿੱਖਾ ਤੂੰ ਬਾਣੀ ਦਾ ਲੜਨਾ ਛੱਡੀ, ਬਾਣੀ ਪੜ੍ਹੀ ਜ਼ਰੂਰ। ਅੱਜ ਅਸੀਂ ਇਹਨਾਂ ਸੁੱਖ ਪ੍ਰਾਪਤ ਕਰਕੇ, ਸੁੱਖ ਪਾ ਕੇ ਵੀ, ਹਰ ਇੱਕ ਵਸਤੂ ਲੈ ਕੇ ਵੀ, ਫਿਰ ਵੀ ਅਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸ਼ੁਕਰ ਨਹੀਂ ਕਰਦੇ ਹਾਂ। ਕਿੱਡੇ ਕਿਰਤ ਘਣ ਹਾਂ। ਕਿਰਤ ਘਣ ਬੰਦੇ ਦੀ ਬਾਬਤ ਮਹਾਰਾਜ ਜੀ ਨੇ ਬੜਾ, ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਕਿਰਤ ਘਣ ਬੰਦਾ ਕਿੱਡਾ ਕੁ ਮਾੜਾ ਹੈ। ਸੁਣਿਓ, ਜਿਹੜਾ ਗੁਰੂ ਤੋਂ ਬੇਮੁਖ ਹੈ, ਆਪਣੇ ਵੱਡਿਆਂ ਦੀ ਕੀਤੀ ਹੋਈ ਕੁਰਬਾਨੀ ਨੂੰ ਭੁੱਲ ਜਾਂਦਾ, ਉਹਨੂੰ ਕਿਰਤ ਘਣ ਕਹਿੰਦੇ ਨੇ। ਕਿੰਨਾ ਕੁ ਮਾੜਾ ਹੈ। ਭਾਈ ਗੁਰਦਾਸ ਜੀ ਨੇ ਇੱਕ ਬਾਰ ਲਿਖ ਦਿੱਤੀ, ਉਹ ਕੀ ਲਿਖਦੇ ਨੇ, ਮੱਧ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ। ਮੱਧ ਨਾਮ ਸ਼ਰਾਬ ਦਾ ਹੈ। ਕਹਿੰਦੇ ਸ਼ਰਾਬ ਦੇ ਵਿੱਚ ਕੁੱਤੇ ਦਾ ਮਾਸ ਰਿੰਨਿਆ ਜਾਵੇ। ਕੁੱਤਾ ਵੀ ਦੇਖੋ ਮਰਿਆ ਹੋਇਆ, ਕੁੱਤਾ ਮਰਿਆ ਪਿਆ ਹੋਵੇ, ਆਪਾਂ ਨੱਕ ਉੱਤੇ ਹੱਥ ਰੱਖ ਕੇ ਜਾਂਦੇ ਆ, ਮਰਿਆ ਪਿਆ ਕੁੱਤਾ, ਕਿੱਡੀ ਬਦਬੂ ਆਉਂਦੀ ਹੈ। ਤੇ ਸ਼ਰਾਬ ਪੀਣ ਵਾਲਿਆਂ ਦੀ ਤਾਂ ਗੱਲ ਅਲੱਗ ਹੈ, ਜਿਹੜੇ ਨਹੀਂ ਪੀਂਦੇ ਦੇਖੋ ਪੀਣ ਵਾਲਿਆਂ ਕੋਲੇ ਬਹਿ ਜਾਣ, ਕਿੰਨਾ ਭੈੜਾ ਮੁਸ਼ਕ ਮਾਰਦਾ ਉਹਨਾਂ ਦੇ ਮੁਖ ਵਿੱਚੋਂ। ਤੇ ਉਹ ਸ਼ਰਾਬ ਦੇ ਵਿੱਚ ਕੁੱਤੇ ਦਾ ਮਾਸ ਰਿੰਨਿਆ ਗਿਆ। ਮੱਧ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ। ਸ਼ਰਾਬ ਵਿੱਚ ਕੁੱਤੇ ਦਾ ਮਾਸ ਰਿੰਨਿਆ ਗਿਆ। ਕੁੱਤੇ ਦੇ ਖੂਨ ਦੇ ਨਾਲ ਇੱਕ ਕੱਪੜਾ ਰੰਗਿਆ ਗਿਆ ਚਿੱਟੇ ਰੰਗ ਦਾ। ਕਹਿੰਦੇ ਉਸ ਮਾਸ ਨੂੰ ਪਾਉਣ ਵਾਸਤੇ ਕਿਸੇ ਨੇ ਬਰਤਨ ਨਾ ਦਿੱਤਾ। ਸਭ ਨੇ ਜਵਾਬ ਦਿੱਤਾ ਸੀ ਇਹ ਜੀ ਨਿਖਿੱਧ ਚੀਜ਼ ਪਾਉਣ ਵਾਸਤੇ ਭਾਂਡਾ ਨਹੀਂ ਦਿੰਦੇ। ਕਹਿੰਦੇ ਫਿਰ ਕਾਹਦੇ ਵਿੱਚ ਪਾਇਆ? ਧਰਿਆ ਮਾਨਸ ਖੋਪਰੀ। ਮਾਨਸ ਨਾ ਬੰਦੇ ਦਾ ਹੈ। ਕਹਿੰਦੇ ਬੰਦੇ ਦੀ ਖੋਪਰੀ ਦੇ ਵਿੱਚ ਪਾਇਆ ਗਿਆ। ਧਰਿਆ ਮਾਨਸ ਖੋਪਰੀ ਕਰ ਮੰਦੀ ਬਾਸ। ਉਹ ਇੰਨੀ ਗੰਦੀ ਚੀਜ਼, ਕਹਿੰਦੇ ਇੱਕ ਮਾਨਸ ਬੰਦੇ ਦੀ ਖੋਪਰੀ ਦੇ ਵਿੱਚ ਚੀਜ਼ ਪਾਈ ਗਈ। ਰੱਤੂ ਭਰਿਆ ਕੱਪੜਾ ਕਰ ਕੱਜਲ ਤਾਸ। ਕਹਿੰਦੇ ਉਹ ਰੱਤ ਦੇ ਨਾਲ ਜਿਹੜਾ ਲਿਬੜਾ ਹੋਇਆ ਕੱਪੜਾ ਸੀ ਉਹਦੇ ਨਾਲ ਢੱਕ ਦਿੱਤਾ। ਉਸ ਜਿਹੜੀ ਮਾਸ ਦੀ ਸੀ ਉਹਨੂੰ ਢੱਕ ਦਿੱਤਾ ਕੱਪੜੇ ਦੇ ਨਾਲ। ਫਿਰ ਕਹਿੰਦੇ ਚੱਕਿਆ ਕਿਨੇ? ਢੱਕ ਲੈ ਚੱਲੀ ਚੂੜੀ ਕਰ ਭੋਗ ਵਿਲਾਸ। ਇੱਕ ਨੀਚ ਕਰਮ ਕਰਨ ਵਾਲੀ ਲੜਕੀ ਨੇ ਚੁੱਕ ਲਿਆ। ਉਹ ਲਈ ਜਾਂਦੀ ਹੈ। ਰਸਤੇ ਦੇ ਵਿੱਚ 2-4 ਸਿਆਣੇ ਪੁਰਸ਼ ਖੜੇ ਸੀ ਦੂਰ। ਉਹਨਾਂ ਨੇ ਨੱਕ ਉੱਤੇ ਹੱਥ ਰੱਖ ਕੇ ਪੁੱਛਿਆ, ਲੜਕੀ ਇਹਦੇ ਵਿੱਚ ਕੀ ਹੈ? ਫਿਰ ਭਾਈ ਗੁਰਦਾਸ ਜੀ ਜਵਾਬ ਦਿੰਦੇ ਨੇ, ਕਹਿੰਦੇ ਆਖ ਸੁਨਾਹੇ ਪੁੱਛਿਆ ਲਾਹੇ ਵਿਸ਼ਵਾਸ। ਮਤ ਨਿਗਾਹ ਭਵੇ ਅਕਿਰਤ ਘਣ ਹੋ ਜਾਏ ਵਿਨਾਸ਼। ਕਹਿੰਦੇ ਇੰਨੀ ਗੰਦੀ ਚੀਜ਼ ਹੈ, ਜੇ ਕਿਤੇ ਗੁਰੂ ਤੋਂ ਬੇਮੁਖ ਬੰਦੇ ਨੇ ਦੇਖ ਲਿਆ ਇਹ ਇਦੋਂ ਵੀ ਗੰਦੀ ਹੋ ਜੂਗੀ। ਹੈ ਦੇਖੋ ਕਿੰਨੀ ਗੰਦੀ, ਕੁੱਤੇ ਦਾ ਮਾਸ, ਸ਼ਰਾਬ ਕਿੰਨੀ ਭੈੜੀ ਚੀਜ਼ ਹੈ। ਕਹਿੰਦੇ ਜੇ ਕਿਤੇ ਗੁਰੂ ਤੋਂ ਬੇਮੁਖ ਬੰਦੇ ਦੀ ਨਿਗਾਹ ਪੈ ਗਈ ਇਹਦੇ ਉੱਤੇ, ਇਹ ਇਦੋਂ ਹੋਰ ਵੀ ਗੰਦੀ ਹੋ ਜੂਗੀ। ਦੇਖ ਲਓ, ਉਹਨੂੰ ਅਕਿਰਤ ਘਣ ਕਹਿੰਦੇ ਨੇ।
ਜਿਹੜਾ ਇਦੋਂ ਵੀ ਮਾੜਾ ਗਰਾਵਟ ਜਮਾ ਨੀਵੀਂ ਜਾਤੀ ਵਾਲਾ ਹੋਵੇ ਉਹਨੂੰ ਕਿਰਤ ਘਣ ਕਹਿੰਦੇ ਨੇ। ਅੱਜ ਮਹਾਰਾਜ ਜੀ ਚਮਕੌਰ ਦੀ ਗੜੀ ਵਿੱਚ ਚਲੋ ਰਹਿਣ ਵਸੇਰਾ ਕਰਿਆ ਮਹਾਰਾਜ ਜੀ ਨੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਰਾਤ ਦਾ ਸਮੇਂ ਖਾਲਸਿਆਂ ਦੇ ਆਪ ਕਮਰ ਕਸੇ ਲਾਏ, ਦਮਾਲੇ ਬੰਨੇ, ਰਹਿਰਾਸ ਸਾਹਿਬ ਦਾ ਪਾਠ ਹੋਇਆ। ਮਹਾਰਾਜ ਜੀ ਨੇ ਅਰਦਾਸ ਕੀਤੀ। ਕੀ ਕਿਹਾ ਅਰਦਾਸ ਦੇ ਵਿੱਚ ਵੀ? ਇਹ ਵੀ ਸਾਡੇ ਵਾਸਤੇ ਸਿੱਖਿਆ। 4 ਪਹਿਰ ਦਿਨ ਦਿਹਾੜਾ ਸੁਖ ਆਨੰਦ ਦਾ ਬਤੀਤ ਹੋਇਆ। 4 ਪਹਿਰ ਰਾਤਰੀ ਆਉਣ ਲੱਗਿਆ, ਸੁਖ ਆਨੰਦ ਦੀ ਬਤੀਤ ਕਰਾਉਣੀ। ਦੇਖੋ ਸੁਖ ਕਿਹੜਾ ਸੀ? ਠੰਡ ਪੈਂਦੀ ਸੀ, ਢਿੱਡ ਵਿੱਚ ਭੋਜਨ ਹੀ। ਚਮਕੌਰ ਦੀ ਗੜੀ ਵਿੱਚ ਜਾ ਕੇ ਕਿਹੜਾ ਕੋਈ ਲੰਗਰ ਤਿਆਰ ਕੀਤਾ? ਢਿੱਡ ਤੋਂ ਭੁੱਖੇ ਸੀ, ਪਰ ਫਿਰ ਵੀ ਗੁਰੂ ਜੀ ਨੇ ਅਰਦਾਸ ਕਰੀ, ਸੁਖ ਆਨੰਦ ਦਾ ਬਤੀਤ ਹੋਇਆ। ਸੱਚੇ ਪਾਤਸ਼ਾਹ ਜਿਹੜਾ ਸਮਾਂ ਲੰਘਿਆ ਹੈ ਤੇ 8 ਪੋਹ ਦਾ ਦਿਨ ਚੜ ਗਿਆ। ਫਿਰ 8 ਪੋਹ ਦਾ ਜਦੋਂ ਦਿਨ ਚੜਿਆ ਨਾ, ਮੁਗਲੀਆ ਫੌਜ ਚੜ ਆਈ। ਅਲੀ ਅਲੀ ਦੇ ਨਾਰੇ ਲਾਉਂਦੇ ਆਉਂਦੇ ਨੇ ਸਾਰੇ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਦੇਖਿਆ। ਬਾਬਾ ਅਜੀਤ ਸਿੰਘ ਜੀ ਦੇਖਦੇ ਨੇ, ਬਾਬਾ ਜੁਝਾਰ ਸਿੰਘ ਜੀ ਮਹਾਰਾਜ ਵੇਖਦੇ ਨੇ ਬਈ ਦੇਖੋ ਕਿਵੇਂ ਮੁਗਲੀਆ ਫੌਜ ਚੜੀ ਆਉਂਦੀ ਹੈ। ਫਿਰ ਸਭ ਤੋਂ ਚਮਕੌਰ ਦੀ ਗੜੀ ਦੇ ਵਿੱਚ ਸਭ ਤੋਂ ਪਹਿਲੇ ਸ਼ਹੀਦ ਗੁਰੂ ਨਾਨਕ ਦੇਵ ਮਹਾਰਾਜ ਵੇਲੇ ਸਭ ਤੋਂ ਪਹਿਲੇ ਸ਼ਹੀਦ ਸਾਡੀ ਕੌਮ ਦੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਗੜੀ ਦੇ ਵਿੱਚ ਸਭ ਤੋਂ ਪਹਿਲੇ ਸ਼ਹੀਦ ਬਾਬਾ ਹਿੰਮਤ ਸਿੰਘ ਜੀ ਮਹਾਰਾਜ ਹੋਏ ਨੇ। ਬੋਲੋ ਸਤਨਾਮ ਵਾਹਿਗੁਰੂ। 5 ਸਿੱਖ ਤੋਰੇ ਬਾਬਾ ਹਿੰਮਤ ਸਿੰਘ ਨੇ, 5 ਸਿੰਘਾਂ ਦਾ ਜਥਾ ਤੋਰਿਆ। 6ਵੇਂ ਬਾਬਾ ਜੀ ਆਪ, ਜਿਨ੍ਹਾਂ ਨੂੰ 5 ਪਿਆਰਿਆਂ ਵਿੱਚ ਤੀਸਰੇ ਨੰਬਰ ਤੇ ਮਾਣ ਪ੍ਰਾਪਤ ਹੋਇਆ ਬਾਬਾ ਹਿੰਮਤ ਸਿੰਘ ਜੀ ਨੂੰ। ਤੇ ਬਾਬਾ ਜੀ ਦੇ ਨਾਲ 5 ਸਿੰਘਾਂ ਦਾ ਜਥਾ ਤੋਰਿਆ। 8 ਪੋਹ ਵਾਲੇ ਦਿਨ ਤੇ ਗੜੀ ਦਾ ਗੇਟ ਖੁੱਲ ਗਿਆ ਤੇ ਖਾਲਸੇ ਜੰਗ ਕਰਦੇ ਜਕਾਰੇ ਛੱਡਦੇ ਜਾ ਰਹੇ ਸੀ। ਤੇ ਮੈਦਾਨੇ ਜੰਗ ਵਿੱਚ ਪਹੁੰਚ ਕੇ ਧੰਨ ਬਾਬਾ ਹਿੰਮਤ ਸਿੰਘ ਜੀ ਮਹਾਰਾਜ ਨੇ ਐਸਾ ਜੰਗ ਕੀਤਾ, ਤਲਵਾਰ ਵਾਹੀ। ਇਹ ਨਹੀਂ ਇਕੱਲੇ ਸਾਡੇ ਬਾਬੇ ਸੇਵਾ ਵਾਲੇ ਹੋਏ ਨੇ, ਤਲਵਾਰ ਵਾਲੇ ਵੀ ਹੋਏ ਨੇ ਸਾਡੇ। ਤਲਵਾਰ ਚੁੱਕੀ ਬਾਬੇ ਹਿੰਮਤ ਸਿੰਘ ਨੇ ਜੰਗ ਕੀਤਾ। ਮੈਦਾਨੇ ਜੰਗ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕਰ ਗਏ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਉੱਚੀ ਗੜੀ ਉੱਤੇ ਖੜੇ ਜਕਾਰੇ ਛੱਡ ਰਹੇ ਸੀ ਤੇ ਕਹਿ ਰਹੇ ਸੀ ਬੜੇ ਪਿਆਰ ਵਿੱਚ। ਗੁਰੂ ਕੇ ਖਾਲਸੇ ਕਹਿ ਰਹੇ ਸੀ, ਢਿੱਡੋਂ ਭੁੱਖੇ ਸੀ ਗੁਰਾਂ ਦੇ ਲਾਡਲੇ, ਲੜਦੇ ਸੀ ਤਾਣ ਛਾਤੀਆਂ, ਗੁਰਾਂ ਦੇ ਸੂਰਮੇ, ਲੜਦੇ ਸੀ ਤਾਣ ਛਾਤੀਆਂ। ਭੁੱਖੇ ਸੀ ਗੁਰਾਂ ਦੇ ਲਾਡਲੇ, ਲੜਦੇ ਸੀ ਤਾਣ ਛਾਤੀਆਂ। ਢਿੱਡੋਂ ਭੁੱਖੇ ਸੀ ਗੁਰਾਂ ਦੇ ਲਾਡਲੇ, ਲੜਦੇ ਸੀ ਤਾਣ ਛਾਤੀਆਂ। ਢਿੱਡੋਂ ਭੁੱਖੇ ਸੀ ਗੁਰਾਂ ਦੇ ਲਾਡਲੇ, ਲੜਦੇ ਸੀ ਤਾਣ ਛਾਤੀਆਂ। ਢਿੱਡੋਂ ਭੁੱਖੇ ਸੀ ਗੁਰਾਂ ਦੇ ਲਾਡਲੇ, ਲੜਦੇ ਸੀ ਤਾਣ ਛਾਤੀਆਂ। ਢਿੱਡੋਂ ਭੁੱਖੇ ਸੀ ਗੁਰਾਂ ਦੇ ਸੂਰਮੇ, 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 ਭੁੱਖੇ ਸੀ ਗੁਰਾਂ ਦੇ ਸੂਰਮੇ, ਢਿੱਡੋਂ ਭੁੱਖੇ ਸੀ ਗੁਰਾਂ ਦੇ ਸੂਰਮੇ। ਢਿੱਡੋਂ ਭੁੱਖੇ ਸੀ ਗੁਰਾਂ ਦੇ ਸੂਰਮੇ, ਵੀ ਲੜਦੇ ਸੀ ਤਾਣ। ਢਿੱਡੋਂ ਭੁੱਖੇ ਸੀ ਗੁਰਾਂ ਦੇ ਸੂਰਮੇ, ਲੜਦੇ ਸੀ ਤਾਣ ਛਾਤੀਆਂ। ਸੂਰਮੇ, ਲੜਦੇ ਸੀ ਤਾਣ ਛਾਤੀਆਂ। ਢਿੱਡੋਂ ਭੁੱਖੇ ਸੀ ਗੁਰਾਂ ਦੇ ਸੂਰਮੇ, ਲੜਦੇ ਸੀ ਤਾਣ ਛਾਤੀਆਂ। ਢਿੱਡੋਂ ਭੁੱਖੇ ਸੀ ਗੁਰਾਂ ਦੇ ਸੂਰਮੇ, ਲੜਦੇ ਸੀ ਤਾਣ ਛਾਤੀਆਂ। ਢਿੱਡੋਂ ਭੁੱਖੇ ਸੀ ਗੁਰਾਂ ਦੇ
ਲੜਦੇ ਸੀ ਤਾਣ ਛਾਤੀਆਂ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਫਿਰ ਧੰਨ ਬਾਬਾ ਹਿੰਮਤ ਸਿੰਘ ਜੀ ਪੰਜ ਪਿਆਰਿਆਂ ਦੇ ਵਿੱਚੋਂ ਤੇ ਸਾਡੀ ਕੌਮ ਦਾ ਆਗੂ ਸੀ ਉਹ। ਮਹਿਰਾ ਬਰਾਦਰੀ ਨਾਲ ਭਾਵੇਂ ਜਾਤ ਗੋਤ ਨਹੀਂ ਹੈ ਗੁਰੂ ਘਰ ਦੇ ਵਿੱਚ, ਪਰ ਚਲੋ ਇੱਕ ਮਾਣ ਹੁੰਦਾ ਵੀ। ਜਿਵੇਂ ਇਹ ਮਾਣ ਕਰਕੇ ਬਾਬਾ ਮੋਤੀ ਰਾਮ ਜੀ ਦਾ ਜਿਹੜਾ ਮਨਾ ਰਹੇ ਨੇ ਦਿਨ ਵੀ ਸਾਡੀ ਕੌਮ ਦਾ ਆਗੂ ਹੋਇਆ। ਹੋਰ ਕਿੰਨੇ ਹੀ ਗੁਰਦੁਆਰੇ ਮਾਫ ਕਰਿਓ ਪਿਆਰੇ, ਕਿੰਨੇ ਧਾਰਮਿਕ ਸਥਾਨ ਨੇ, ਕਿੰਨੇ ਡੇਰੇ ਨੇ, ਕਿੰਨੇ ਮੰਦਰ ਨੇ, ਕਿੰਨੇ ਗੁਰਦੁਆਰੇ ਨੇ, ਕਿੰਨੇ ਕਿੰਨੇ ਜਿਨ੍ਹਾਂ ਦੇ ਵਿੱਚ ਬਾਬਾ ਮੋਤੀ ਰਾਮ ਜੀ ਦਾ ਜਨਮ ਤੇ ਜਿਹੜਾ ਦਿਹਾੜਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਸਾਹਿਬਜ਼ਾਦਿਆਂ ਦਾ ਮਨਾਤਾ ਹੁਣ ਦੇਖੋ ਆਪਣੇ ਲਗਾਤਾਰ ਚੱਲਦਾ ਰਿਹਾ ਤੁਹਾਡੇ ਸਾਹਮਣੇ ਬਾਬਾ ਮੱਠ ਦੇ ਨਾਲ। ਹੋਰ ਕਿੰਨੇ ਗੁਰੂ ਘਰਾਂ ਦੇ ਵਿੱਚ ਹੈ, ਖੰਡ ਪਾਠ ਹੋਏ, ਸਹਿਜ ਪਾਠ ਹੋਏ, ਲੰਗਰ ਲਾਏ, ਪਰ ਕਿਸੇ ਨੇ ਇਹ ਕਹਿ ਕੇ ਤਾਂ ਨਹੀਂ ਲਾਇਆ ਹੋਣਾ ਵੀ ਬਾਬੇ ਮੋਤੀ ਰਾਮ ਜੀ ਦੀ ਯਾਦ ਵਿੱਚ ਅਸੀਂ ਲੰਗਰ, ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਾ ਰਹੇ ਹਾਂ, ਬੋਲੋ ਸਤਨਾਮ। ਪਰ ਆਓ ਪਿਆਰ ਵਿੱਚ ਚਲੋ, ਖੈਰ ਆਪ ਆਪਣੀ ਬੁੱਧ ਹੈ ਜੇਤੀ, ਜਿਹੇ ਜੀ ਕਿਸੇ ਦੀ ਬੁੱਧ ਹੁੰਦੀ ਹੈ, ਸਾਡੀ ਜਿਹੋ ਜੀ ਅਸੀਂ ਵਰਤ ਲਾਂਗੇ, ਜੇ ਜੀ ਸੰਗਤ ਦੀ ਉਹੋ ਜੀ ਵਰਤ ਲੈਂਦੇ। ਪਰ ਪਿਆਰ ਵਿੱਚ ਬਾਬਾ ਹਿੰਮਤ ਸਿੰਘ ਜੀ ਸ਼ਹੀਦੀ ਪ੍ਰਾਪਤ ਕਰਕੇ ਫਿਰ ਬਾਬਾ ਅਜੀਤ ਸਿੰਘ ਮਹਾਰਾਜ ਦੀ ਵਾਰੀ ਆਈ। ਬਾਬਾ ਅਜੀਤ ਸਿੰਘ ਮਹਾਰਾਜ ਨੇ ਕਿਹਾ ਸੱਚੇ ਪਾਤਸ਼ਾਹ ਮੈਨੂੰ ਵੀ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦੇ ਦਿਓ। ਮਹਾਰਾਜ ਕਹਿਣ ਲੱਗੇ ਬਾਬਾ ਅਜੀਤ ਸਿੰਘ ਜੀ ਨੂੰ, ਅਜੀਤ ਸਿਆਂ ਜੇ ਮੈਂ ਤੈਨੂੰ ਆਵਾਜ਼ ਮਾਰ ਕੇ ਬੁਲਾਉਂਦਾ ਨਾ ਫਿਰ ਲੋਕਾਂ ਨੇ ਇਸ ਗੱਲ ਦਾ ਹਾਸਰ ਕੁਝ ਹੋਰ ਕੱਢਣਾ ਸੀ। ਮਹਾਰਾਜ ਜੀ ਨੇ ਆਪ ਬੁਲਾ ਕੇ ਸਾਹਿਬਜ਼ਾਦੇ ਨੂੰ ਜੰਗ ਵਿੱਚ ਭੇਜਿਆ। ਤੂੰ ਆਪ ਆਇਆ ਚੱਲ ਕੇ, ਤੇਰੇ ਵਰਗੇ ਨੌਜਵਾਨ ਆਪਣੀਆਂ ਜ਼ਿੰਦਗਾਨੀਆਂ ਕੁਰਬਾਨ ਕਰ ਦੇਣਗੇ। ਉਹ 84 ਤੋਂ 94 ਤੱਕ ਦਾ ਸਮਾਂ ਲੰਘਿਆ, ਦੇਖਿਆ ਸਾਰਿਆਂ ਨੇ, ਮੈਂ ਵੀ ਵੇਖਿਆ ਖੁਦ। ਬਾਬਾ ਅਜੀਤ ਸਿੰਘ ਜੀ ਦੀ ਉਮਰ ਦੇ ਸੀ ਜਿਹੜੇ ਨੌਜਵਾਨ ਬੱਚੇ ਸਾਡੇ ਸ਼ਹੀਦ ਕੀਤੇ ਗਏ ਨੇ। ਬਾਬਾ ਅਜੀਤ ਸਿੰਘ ਦੇ ਨਾਲ 8 ਸਿੰਘਾਂ ਦਾ ਜਥਾ ਤੋਰਿਆ। ਜਦੋਂ ਜਾਣ ਲੱਗੇ ਭਾਈ ਦਇਆ ਸਿੰਘ ਜੀ ਵਰਗਿਆਂ ਨੇ ਹੱਥ ਬੰਨ੍ਹ ਕੇ ਕਿਹਾ ਸੱਚੇ ਪਾਤਸ਼ਾਹ ਅਸੀਂ ਬਾਬਾ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਨਹੀਂ ਜਾਣ ਦਿੰਦੇ, ਅਸੀਂ ਬਾਬੇ ਅਜੀਤ ਸਿੰਘ ਤੋਂ ਪਹਿਲਾਂ ਸ਼ਹੀਦੀ ਪ੍ਰਾਪਤ ਕਰ ਜਾਾਂਗੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਪੰਥ ਦੀ ਅਮਾਨਤ ਹੈ। ਦੇਖੋ ਪਰਿਵਾਰ ਆਪਣਾ ਹੋਵੇ, ਕਹਿਣ ਪੰਥ ਦੀ ਅਮਾਨਤ ਹੈ। ਸਿੱਖੋ ਅਸੀਂ ਉਸ ਗੁਰੂ ਦੇ ਸਿੱਖ ਹਾਂ। ਸਗਤ ਜੀ ਖਾਲਸਾ ਜੀ ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਹੜਾ ਕਹਿੰਦਾ ਹੈ ਬਾਬਾ ਅਜੀਤ ਸਿੰਘ ਮੇਰਾ ਪੁੱਤਰ ਨਹੀਂ, ਇਹ ਪੰਥ ਦੀ ਅਮਾਨਤ ਹੈ। ਆਪਾਂ ਸਾਰੇ ਪੰਥ ਹਾਂ। ਇਹ ਨਹੀਂ ਵੀ 2-4 ਬੰਦੇ ਇਕੱਠੇ ਹੋ ਕੇ ਪੱਗਾਂ ਲੀਲੀਆਂ ਕਾਲੀਆਂ ਚਿੱਟੀਆਂ ਬੰਨ੍ਹ ਕੇ ਪੰਥ ਬਣਾ ਲਿਆ ਆਪਣਾ, ਨਹੀਂ। ਪੰਥ ਉਹ ਹੈ ਜਿਹੜੇ ਸੰਗਤ ਵਿੱਚ ਬੈਠ ਕੇ ਜੁੜ ਕੇ ਸਾਰੇ ਬੈਠਦੇ ਆ ਤੇ ਉਹ ਗੁਰੂ ਦਾ ਪੰਥ ਹੈ। ਪਰ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਚਲੋ ਮੈਦਾਨੇ ਜੰਗ ਵਿੱਚ ਜਾਣ ਲੱਗੇ। ਭਾਈ ਮਦਨ ਸਿੰਘ ਜੀ, ਭਾਈ ਕਾਠਾ ਸਿੰਘ ਜੀ ਗੇਟ ਅੱਗੇ ਖੜੇ ਨੇ, ਗੜੀ ਦਾ ਗੇਟ ਖੋਲ ਦਿੱਤਾ। ਬਾਬਾ ਅਜੀਤ ਸਿੰਘ ਜੀ 8 ਜਾਣਿਆਂ ਦੀ ਬਰਾਤ ਲੈ ਕੇ ਮੈਦਾਨੇ ਜੰਗ ਵਿੱਚ ਸਭਾ ਲਾਖ ਸੇ ਏਕ ਰੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਧੰਨ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਜੰਗ ਕਰਦਿਆਂ ਬੜਾ ਕਹਿਰ ਦਾ ਜੰਗ ਹੋਇਆ। ਮਹਾਰਾਜ ਆਪ ਉੱਚੀ ਮਮਟੀ ਉੱਤੇ ਜਾ ਚੜੇ, ਤੀਰਾਂ ਦਾ ਭੱਥਾ ਰੱਖ ਲਿਆ ਕੋਲੇ ਤੇ ਕਮਾਨ ਉੱਤੇ ਚੜ ਕੇ ਤੀਰ ਛੱਡ ਦਿੰਦੇ ਨੇ। ਜਿੱਥੇ ਕਿਤੇ ਬਹੁਤਾ ਮੁਗਲੀਆ ਫੌਜ ਇਕੱਠੀ ਹੋ ਜਾਂਦੀ ਹੈ ਮਹਾਰਾਜ ਉਧਰ ਤੀਰ ਛੱਡ ਦਿੰਦੇ ਨੇ ਤੇ ਨਾਲ ਆਪਣੇ ਮੈਦਾਨੇ ਜੰਗ ਵਿੱਚ ਗਏ ਪੁੱਤਰ ਨੂੰ ਹੱਲਾਸ਼ੇਰੀ ਦੇ ਰਹੇ ਨੇ ਮਹਾਰਾਜ। ਦੇਖੋ ਪੁੱਤਰ ਸਾਹਮਣੇ ਜੰਗ ਵਿੱਚ ਸ਼ਹੀਦ ਹੁੰਦਾ ਹੋਵੇ ਤੇ ਮਹਾਰਾਜ ਹੱਲਾਸ਼ੇਰੀ ਦਿੰਦੇ ਹੋਣ ਤੇ ਨਾਲੇ ਸ਼ਾਬਾਸ਼ੇ ਦਿੰਦੇ ਹੋਣ ਤੇ ਉਹ ਗੁਰੂ ਦੇ ਸਿੱਖ ਹਾਂ। ਅਸੀਂ ਕੱਚੇ ਪਿੱਲੇ ਗੁਰੂ ਦੇ ਸਿੱਖ ਨਹੀਂ ਹਾਂ। ਉਹ ਪਿਆਰੇ ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਹੜਾ ਗੜੀ ਦੇ ਉੱਤੇ ਖੜ ਕੇ ਕਹਿ ਰਿਹਾ ਸੀ ਜਦੋਂ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਜੀ ਸੋਹਣੇ ਲਾਲਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਬੋਲੇ ਸੀ ਜੈਕਾਰੇ ਗੁਰਾਂ ਨੇ। ਲਾਲਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਬੋਲੇ ਸੀ ਜੈਕਾਰੇ ਗੁਰਾਂ ਨੇ। ਲਾਲਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਬੋਲੇ ਸੀ ਜੈਕਾਰੇ ਗੁਰਾਂ ਨੇ। ਸੋਹਣੇ ਲਾਲਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਬੋਲੇ ਸੀ ਜੈਕਾਰੇ ਗੁਰਾਂ ਨੇ। ਸੋਹਣੇ ਲਾਲਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ
ਮੈਦਾਨੇ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ, ਪਰ ਵਾਪਸ ਨਹੀਂ ਮੁੜੇ। ਹੁਣ ਛੋਟਾ ਸਾਹਿਬਜ਼ਾਦਾ ਰਹਿ ਗਿਆ, ਬਾਬਾ ਜੁਝਾਰ ਸਿੰਘ ਜੀ ਮਹਾਰਾਜ। ਮਹਾਰਾਜ ਜੀ ਜਦੋਂ ਥੱਲੇ ਆਏ ਨਾ ਮਮਟੀ ਤੋਂ ਉਤਰ ਕੇ, ਤੇ ਆਉਂਦਿਆਂ ਨੂੰ ਹੱਥ ਬੰਨ੍ਹ ਕੇ ਛੋਟਾ ਸਾਹਿਬਜ਼ਾਦਾ ਖੜਾ, ਸੱਚੇ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰ ਦਿਓ। ਚਮਕੌਰ ਦੀ ਗੜੀ ਦੇ ਵਿੱਚ ਅੱਜ ਮੇਰਾ ਵੱਡਾ ਵੀਰ ਮੈਦਾਨੇ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰ ਗਿਆ, ਤੇ ਮੈਨੂੰ ਵੀ ਜਿਹੜੀ ਆਗਿਆ ਦਿਓ ਜੰਗ ਵਿੱਚ ਜਾਣ ਵਾਸਤੇ। ਮਹਾਰਾਜ ਛੋਟੇ ਸਾਹਿਬਜ਼ਾਦੇ ਤੇ ਜਿਹੜਾ ਉਹ ਬਾਣਾ ਪਾਇਆ ਹੋਇਆ ਹੈ, ਕਮਰ ਕਸਾ ਲਾ ਰਹੇ ਨੇ, ਪੱਥੇ ਵਿੱਚ ਤੀਰ ਪਾ ਰਹੇ ਨੇ, ਸ਼੍ਰੀ ਸਾਹਿਬ ਸਜਾ ਰਹੇ ਨੇ, ਹੱਥ ਵਿੱਚ ਉਹ ਤੇਗਾ ਫੜਾ ਦਿੱਤਾ, ਬਰਛਾ ਫੜਾ ਦਿੱਤਾ, ਮੋਢੇ ਉੱਤੇ ਢਾਲ ਟੰਗ ਦਿੱਤੀ, ਤਿਆਰੀ ਕਰ ਰਹੇ ਨੇ। ਭਾਈ ਦਇਆ ਸਿੰਘ ਜੀ ਆ ਗਏ। ਭਾਈ ਦਇਆ ਸਿੰਘ ਜੀ ਜਿਸ ਵਕਤ ਆਏ, ਆ ਕੇ ਪੁੱਛਦੇ ਨੇ, ਸੱਚੇ ਪਾਤਸ਼ਾਹ ਕੀ ਕਰਦੇ ਹੋ? ਮਹਾਰਾਜ ਕਹਿਣ ਲੱਗੇ, ਮੇਰਾ ਪੁੱਤਰ ਲਾੜੀ ਮੌਤ ਨੂੰ ਵਿਆਹਣ ਵਾਸਤੇ ਜਾ ਰਿਹਾ ਹੈ। ਤੇ ਧੰਨ ਭਾਈ ਦਇਆ ਸਿੰਘ ਜੀ ਮਹਾਰਾਜ ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਇੱਕ ਪੁੱਤਰ ਰੱਖ ਲਓ। ਇੱਕ ਤਾਂ ਤੁਹਾਡਾ ਸ਼ਹੀਦ ਹੋ ਗਿਆ ਸਾਡੇ ਸਾਹਮਣੇ, ਦੋ ਸਾਹਿਬਜ਼ਾਦੇ ਵਿਛੜ ਗਏ ਛੋਟੇ ਮਾਤਾ ਗੁਜਰੀ ਜੀ ਦੇ ਨਾਲ, ਤੇ ਪਤਾ ਹੀ ਨਹੀਂ ਸਾਨੂੰ ਮਿਲਣਗੇ, ਪਤਾ ਨਹੀਂ ਮਿਲਣਗੇ। ਚੱਕ ਲੈ ਬਾਬਾ, ਇੱਥੋਂ ਲੈ ਜਾ ਤੂੰ ਤਾਂ ਖੜ ਗਿਆ। ਇਸ ਕਰਕੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ। ਛੋਟੇ ਮਿਲਣਗੇ, ਪਤਾ ਨਹੀਂ ਮਿਲਣਗੇ, ਇੱਕ ਪੁੱਤਰ ਰੱਖ ਲਓ। ਤੇ ਫਿਰ ਪਤਾ ਕੀ ਆਖਿਆ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ? ਸਾਡੇ ਕਨੀ ਹੱਥ ਕਰ ਦਿੱਤਾ ਉਸ ਵਕਤ ਵੀ। ਆ ਜਿਹੜੇ ਖਾਲਸੇ ਬੈਠੇ ਹੋ, ਸਾਡੇ ਕਨੀ ਹੱਥ ਕਰਕੇ ਕਰ ਦਿੱਤਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਸੁਤ ਨਾਮ ਪੁੱਤਰ ਦਾ। ਕਹਿੰਦੇ ਆ ਮੇਰੇ ਸਾਰੇ ਪੁੱਤਰ ਨੇ, ਜਿੰਨੇ ਵੀ ਆ ਬੈਠੇ ਨੇ ਇਹ ਮੇਰੀਆਂ ਧੀਆਂ ਨੇ, ਮੇਰੇ ਪੁੱਤਰ ਨੇ। ਪਰ ਆ ਮੇਰਾ ਜਿਹੜਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਹੈ ਨਾ, ਇਹਨੂੰ ਮੈਦਾਨੇ ਜੰਗ ਵਿੱਚ ਜਾਣ ਦਿਓ। ਇਹ ਪੰਥ ਦੀ ਅਮਾਨਤ ਹੈ, ਅਮਾਨਤ ਵਿੱਚ ਖਿਆਨਤ ਨਹੀਂ ਕਰਨੀ ਮੈਂ। ਸਾਡੇ ਉੱਪਰ ਦੀ ਆਪਣੇ ਪੁੱਤਰ ਬਾਰ ਦਿੱਤੇ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ। ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਛੋਟੇ ਸਾਹਿਬਜ਼ਾਦੇ ਨੂੰ ਤੋਰਿਆ, ਤੇ ਉਸ ਵਕਤ ਸਤਿਕਾਰਯੋਗ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਪੁੱਤਰ ਰੱਖ ਲੋ ਗੁਰੂ ਜੀ ਇੱਕ ਆਪਣਾ। ਮਹਾਰਾਜ ਜੀ ਇੱਕ ਰੱਖ ਲੋ, ਬਾਬਾ ਜੁਝਾਰ ਸਿੰਘ ਜੀ ਨੂੰ ਇੱਕ ਨੂੰ ਤਾਂ ਰੱਖ ਲੋ। ਮਹਾਰਾਜ ਕਹਿਣ ਲੱਗੇ, ਫੇਰ ਪੁੱਤਰ ਰੱਖ ਲੋ ਗੁਰੂ ਜੀ ਇੱਕ ਆਪਣਾ, ਜਗ ਤੇ ਨਿਸ਼ਾਨ ਰਹਿ ਜੂਗਾ। ਪੁੱਤਰ ਰੱਖ ਲੋ ਗੁਰੂ ਜੀ ਇੱਕ ਆਪਣਾ, ਜਗ ਤੇ ਨਿਸ਼ਾਨ ਰਹਿ ਜੂਗਾ। ਪੁੱਤਰ ਰੱਖ ਲੋ ਗੁਰੂ ਜੀ ਇੱਕ ਆਪਣਾ, ਜਗ ਤੇ ਨਿਸ਼ਾਨ ਰਹਿ ਜੂਗਾ। ਪੁੱਤਰ ਰੱਖ ਲੋ ਗੁਰੂ ਜੀ ਇੱਕ ਆਪਣਾ, ਜਗ ਤੇ ਨਿਸ਼ਾਨ ਰਹਿ ਜੂਗਾ। ਪੁੱਤਰ ਰੱਖ ਲੋ ਗੁਰੂ ਜੀ ਇੱਕ ਆਪਣਾ, ਜਗ ਤੇ ਨਿਸ਼ਾਨ ਰਹਿ ਜੂਗਾ। ਪੁੱਤਰ ਰੱਖ ਲੋ ਗੁਰੂ ਜੀ ਇੱਕ ਆਪਣਾ, ਜਗ ਤੇ ਨਿਸ਼ਾਨ ਰਹਿ ਜੂਗਾ। ਪੁੱਤਰ ਰੱਖ ਲੋ ਗੁਰੂ ਜੀ ਇੱਕ ਆਪਣਾ, ਜਗ ਤੇ ਨਿਸ਼ਾਨ ਰਹਿ ਜੂਗਾ। ਪੁੱਤਰ ਰੱਖ ਲੋ ਗੁਰੂ ਜੀ ਇੱਕ ਆਪਣਾ, ਜਗ ਤੇ ਨਿਸ਼ਾਨ ਰਹਿ ਜੂਗਾ। ਪੁੱਤਰ ਰੱਖ ਲੋ ਗੁਰੂ ਜੀ ਇੱਕ ਆਪਣਾ, ਜਗ ਤੇ ਨਿਸ਼ਾਨ ਰਹਿ ਜੂਗਾ। ਪੁੱਤਰ ਰੱਖ ਲੋ ਗੁਰੂ ਜੀ ਇੱਕ ਆਪਣਾ, ਜਗ ਤੇ ਨਿਸ਼ਾਨ ਰਹਿ ਜੂਗਾ। ਪੁੱਤਰ
ਧੰਨ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਆ ਪੁੱਤਰ ਜਿੰਨੇ ਬੈਠੇ ਆ ਸਾਰੇ ਮੇਰੇ ਨੇ। ਇਹ ਮੇਰਾ ਪੁੱਤਰ ਪੰਥ ਦੀ ਇਮਾਨਤ ਹੈ। ਤੇ ਫਿਰ ਲਿਖਿਆ ਵਿਦਵਾਨ ਨੇ, ਸੰਤ ਨਾਜਰ ਸਿੰਘ ਮਲੂਕਿਆਂ ਵਾਲੇ ਲਿਖਦੇ ਨੇ, ਤੇਰੀ ਸੀ ਇਮਾਨਤ ਮੈਨੂੰ ਦਿੱਤੀ ਹੋਈ ਅਕਾਲ ਪੁਰਖ, ਅੱਜ ਪੂਰੀ ਕਰ ਲੈ ਕੰਡੇ ਤੋਲ ਸੁਨਿਆਰ ਜੀ। ਸੱਚੇ ਪਾਤਸ਼ਾਹ ਇਮਾਨਤ ਤੇਰੀ ਹੈ, ਮੇਰੇ ਪੁੱਤਰ ਨਹੀਂ ਹੈ, ਇਹ ਪੰਥ ਦੀ ਇਮਾਨਤ ਹੈ ਤੇ ਅੱਜ ਪੂਰੀ ਕਰ ਲੈ ਕੰਡੇ ਤੋਲ ਸੁਨਿਆਰ ਜੀ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਇੱਕ ਪੁੱਤਰ ਤਾਂ ਪਹਿਲਾਂ ਮੈਂ ਭੇਜ ਦਿੱਤਾ ਮੈਦਾਨੇ ਜੰਗ ਵਿੱਚ, ਹੁਣ ਦੂਜਾ ਜਾ ਰਿਹਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਫਿਰ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਮੈਦਾਨੇ ਜੰਗ ਵਿੱਚ ਚਲੇ ਗਏ। ਪਹਿਲੇ ਸਾਹਿਬਜ਼ਾਦੇ ਨਾਲ 8 ਸਿੱਖ ਤੋਰੇ ਸੀ। ਮਹਾਰਾਜ ਜੀ ਕਹਿਣ ਲੱਗੇ, ਆਪਣੇ ਛੋਟੇ ਪੁੱਤਰ ਨੂੰ ਹੁਣ ਸਿੰਘ ਵੀ ਘਟ ਗਏ ਤੇ ਸ਼ਸਤਰ ਵੀ ਘਟ ਗਏ, ਹੁਣ ਤੇਰੇ ਨਾਲ ਤੇਰੀ ਕੇਵਲ 5 ਬਰਾਤ ਜਾਣਗੇ, 5 ਸਿੱਖ ਜਾਣਗੇ ਤੇਰੀ ਬਰਾਤ ਦੇ ਵਿੱਚ। ਤੇ ਜਦੋਂ ਸਾਹਿਬਜ਼ਾਦਾ ਜਾਣ ਲੱਗਿਆ, ਬੜਾ ਸਿੰਘਾਂ ਨੇ ਕਿਹਾ, ਮਹਾਰਾਜ ਕਿਰਪਾ ਕਰ ਦਿਓ, ਅਸੀਂ ਬਾਬਾ ਜੁਝਾਰ ਸਿੰਘ ਤੋਂ ਪਹਿਲਾਂ ਮੈਦਾਨੇ ਜੰਗ ਵਿੱਚ ਜਾਵਾਂਗੇ। ਮਹਾਰਾਜ ਕਹਿਣ ਲੱਗੇ, ਪੰਥ ਦੀ ਇਮਾਨਤ ਹੈ, ਪਹਿਲਾਂ ਇਹਨੂੰ ਸ਼ਹੀਦ ਹੋ ਜਾਣ ਦਿਓ। ਦੇਖੋ ਸਾਹਮਣੇ ਪੁੱਤਰ ਸ਼ਹੀਦ ਹੁੰਦਾ ਹੋਵੇ ਤੇ ਗੁਰੂ ਦਾ ਕਿੱਡਾ ਵੱਡਾ ਜਿਗਰ ਹੈ। ਅੱਜ ਸਾਡੇ ਪੁੱਤਰ ਨੂੰ, ਪੋਤਰੇ ਨੂੰ ਮਾੜੀ ਜੀ ਕੋਈ ਢਿੱਲ ਮੱਠ ਹੋ ਜਾਵੇ, ਸਾਰੇ ਪਰਿਵਾਰ ਦੀ ਰੋਟੀ ਛੁੱਟ ਜਾਂਦੀ ਹੈ। ਕੋਈ ਕਹਿੰਦਾ ਇਹਨੂੰ ਕਿਤੇ ਵਿਖਾਓ, ਕੋਈ ਕਹਿੰਦਾ ਇਹਨੂੰ ਕਿਤੇ ਵਿਖਾਓ। ਮੈਂ ਵਾਕਿਆ ਇੱਕ ਹਕੀਕਤ ਕਰਦਾ ਹੁੰਦਾ ਤੁਹਾਡੇ ਨਾਲ ਸਾਂਝੀ। ਸੰਤਾਂ ਕੋਲੇ ਮੈਂ ਰਹਿੰਦਾ ਸੀ, ਕਿਸੇ ਬਾਹਮਪੁਰਖਾਂ ਕੋਲੇ। ਉੱਥੇ ਮੇਰਾ ਇੱਕ ਪੱਗਵਟ ਭਰਾ ਸੀ ਬਣਿਆ ਹੋਇਆ, ਉਹਦਾ ਪੁੱਤਰ ਜਿਹੜਾ ਉਹ ਢਿੱਲਾ ਹੋ ਗਿਆ। ਛੋਟਾ ਜਿਹਾ ਪੁੱਤਰ ਸੀ, ਨਿੱਕਾ ਜਿਹਾ, ਸਾਲਕ ਦਾ ਸੀ, ਢਿੱਲਾ ਹੋ ਗਿਆ ਬਹੁਤਾ। ਬਾਬੇ ਕਹਿੰਦੇ ਚਲੋ ਪਟਿਆਲੇ ਲੈ ਚਲਦੇ ਇਹਨੂੰ। ਪਟਿਆਲੇ ਲੈ ਕੇ ਡਾਕਟਰ ਦੇ, ਉਹ ਜਦੋਂ ਪੁੱਤਰ ਨੂੰ ਲੈ ਕੇ ਗਏ, ਡਾਕਟਰ ਕਹਿੰਦਾ ਬੁਖਾਰ ਬਹੁਤ ਹੈ, ਦਵਾਈ ਦੇ ਕੇ ਬਿਠਾ ਲਓ, ਇਹਦੇ ਟੀਕਾ ਲਾਵਾਂਗੇ। ਜਦੋਂ ਪੁੱਤਰ ਨੂੰ ਮੈਂ ਆਪਣੀ ਗੋਦ ਵਿੱਚ ਪਾ ਲਿਆ, ਥੋੜਾ ਸਮਾਂ ਬੁਖਾਰ ਲੱਥਿਆ, ਡਾਕਟਰ ਕਹਿੰਦਾ ਲਿਆਓ ਅੰਦਰ ਇਹਨੂੰ ਟੀਕਾ ਲਾਈਏ। ਮੈਂ ਉਹਦੇ ਪਿਤਾ ਨੂੰ ਕਿਹਾ ਲੈ ਜਾ ਕੇ, ਤੇਰਾ ਪੁੱਤਰ ਹੈ, ਤੂੰ ਲੈ ਜਾ ਇਹਨੂੰ ਜਾ ਕੇ। ਉਹ ਕਹਿਣ ਲੱਗਿਆ ਮੈਥੋਂ ਨਹੀਂ ਲਿਜਾਇਆ ਜਾਣਾ, ਤੂੰ ਲੈ ਜਾ ਅੰਦਰ। ਮੈਂ ਕਿਹਾ ਚਲੋ ਮੇਰਾ ਭਰਾ ਹੈ, ਮੈਂ ਲੈ ਜਾਣਾ ਅੰਦਰ। ਮੈਂ ਲੈ ਗਿਆ, ਡਾਕਟਰ ਨੇ ਟੀਕਾ ਲਾਇਆ, ਬੱਚੇ ਨੇ ਚੀਕ ਮਾਰੀ ਅੰਦਰ, ਬੱਚੇ ਨੇ ਮੇਰੀ ਗੋਦੀ ਵਿੱਚ ਪਏ ਨੇ ਚੀਕ ਮਾਰੀ ਦੱਬ ਕੇ। ਟੀਕਾ ਲਵਾ ਕੇ ਜਦੋਂ ਮੈਂ ਬਾਹਰ ਆਇਆ, ਉਹਦਾ ਪਿਤਾ ਬੈਠਾ ਅੱਖਾਂ ਸਾਫ਼ ਕਰੀ ਜਾਵੇ। ਮੈਂ ਕਿਹਾ ਤੈਨੂੰ ਕੀ ਹੋ ਗਿਆ? ਕਹਿੰਦਾ ਜਦੋਂ ਮੇਰੇ ਪੁੱਤਰ ਨੇ ਚੀਕ ਮਾਰੀ ਨਾ, ਮੈਥੋਂ ਸਹਾਰ ਨਹੀਂ ਹੋਈ। ਬੋਲੋ ਸਤਿਨਾਮ ਵਾਹਿਗੁਰੂ। ਟੀਕਾ ਅੰਦਰ ਲਾਉਂਦਾ ਡਾਕਟਰ, ਪਿਤਾ ਬਾਹਰ ਬੈਠਾ ਹੈ। ਬਾਹਰ ਬੈਠੇ ਪਿਤਾ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ। ਮੈਂ ਕਿਹਾ ਧੰਨ ਸੀ ਕਲਗੀਧਰ ਪਾਤਸ਼ਾਹ ਮਹਾਰਾਜ, ਉਹ ਜਿਨ੍ਹਾਂ ਦੇ ਸਾਹਮਣੇ 2 ਵੱਡੇ ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਦੇਖਦਿਆਂ ਦੇਖਦਿਆਂ ਸ਼ਹੀਦੀ ਪ੍ਰਾਪਤ ਕਰਕੇ, ਉਸ ਕਲਗੀਆਂ ਵਾਲੇ ਦਾ ਜਿਗਰਾ ਕਿੱਡਾ ਕੁ ਵੱਡਾ ਹੋਣਾ ਹੈ। ਤੇ ਛੋਟਾ ਸਾਹਿਬਜ਼ਾਦਾ ਵੀ ਮੈਦਾਨੇ ਜੰਗ ਵਿੱਚ ਚਲਿਆ ਗਿਆ। ਮਹਾਰਾਜ ਉੱਪਰਲੇ ਪਾਸੇ ਬੈਠ ਕੇ ਜਾ ਕੇ ਤੀਰਾਂ ਦਾ ਪੱਥਾ ਫੇਰ ਕੋਲ ਰੱਖ ਲਿਆ, ਫੇਰ ਖਿੱਚ ਖਿੱਚ ਕੇ ਬਾਣ ਮਾਰ ਰਹੇ ਨੇ ਤੇ ਨਾਲੇ ਹੱਲਾਸ਼ੇਰੀ ਦੇ ਰਹੇ ਨੇ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਫੇਰ ਉਹ ਪੁੱਤਰ ਸ਼ਹੀਦ ਹੋ ਗਿਆ। ਪੁੱਤਰ ਸ਼ਹੀਦ ਹੋਇਆ ਕਲਗੀਆਂ ਵਾਲੇ ਦਾ, ਪੁੱਤਰ ਸ਼ਹੀਦ ਹੋਇਆ ਇਬਰਾਹੀਮ ਦਾ, ਪੁੱਤਰ ਸ਼ਹੀਦ ਹੋਇਆ ਰਾਜੇ ਦਸ਼ਰਥ ਦਾ। ਭਗਵਾਨ ਰਾਮ ਜੀ 14 ਸਾਲ ਦਾ ਬਨਵਾਸ ਗਏ। ਪੁੱਤਰ ਸ਼ਹੀਦ ਹੋਇਆ ਅਰਜਨ ਦਾ, ਅਭਿਮਨੂ ਪੁੱਤਰ। ਪਰ ਸਾਰੇ ਡੋਲ ਗਏ। ਫਿਰ ਉਹ 2 ਲਾਈਨਾਂ ਵਿਦਵਾਨ ਨੇ ਲਿਖੀਆਂ ਨੇ, ਇਬਰਾਹੀਮਾ ਤੂੰ ਖਰੀ ਬਖਾਲੀ। ਇਬਰਾਹੀਮ ਦੇ ਪੁੱਤਰ ਦੀ ਕੁਰਬਾਨੀ ਹੋਣ ਲੱਗੀ, ਕਹਿੰਦਾ ਮੇਰੀਆਂ ਅੱਖਾਂ ਉੱਤੇ ਪੱਟੀਆਂ ਬੰਨ੍ਹ ਦਿਓ। ਪੱਟੀਆਂ ਬੰਨ੍ਹ ਦਿੱਤੀਆਂ, ਪੁੱਤਰ ਥੱਲੇ ਕਰਿਆ। ਜਦੋਂ ਤੇਗ ਮਾਰ ਲੱਗਿਆ, ਪੁੱਤਰ ਪਾਸੇ ਕਰਕੇ ਥੱਲੇ ਬੱਕਰਾ ਕਰ ਦਿੱਤਾ, ਬੱਕਰੇ ਦਾ ਸਿਰ ਵੱਢ ਦਿੱਤਾ। ਅੱਖਾਂ ਵਿੱਚੋਂ ਪਾਣੀ ਆ ਗਿਆ। ਭਗਵਾਨ ਕਹਿਣ ਲੱਗੇ, ਇਬਰਾਹੀਮਾ ਤੂੰ ਖਰੀ ਬਖਾਲੀ, ਰਹਿਓ ਆਪ ਸਾਬਤ ਹੋਈਆਂ ਕਮਜ਼ੋਰ ਅੱਖੀਆਂ। ਇਬਰਾਹੀਮਾ ਤੂੰ ਤਾਂ ਤਕੜਾ ਰਿਹਾ, ਪਰ ਤੇਰੀਆਂ ਅੱਖੀਆਂ ਕਮਜ਼ੋਰ ਹੋ ਗਈਆਂ। ਇਬਰਾਹੀਮਾ ਤੂੰ ਖਰੀ ਬਖਾਲੀ, ਰਹਿਓ ਆਪ ਸਾਬਤ ਹੋਈਆਂ ਕਮਜ਼ੋਰ ਅੱਖੀਆਂ। ਪੁੱਤ ਇੱਕ ਦੀ ਥਾਂ ਤੇ 4 ਵਾਰੇ ਕਲਗੀਧਰ ਪਾਤਸ਼ਾਹ ਜ਼ਿਕਰਾ ਕਰਦੇ ਨੇ। ਪੁੱਤਰ ਇੱਕ ਦੀ ਥਾਂ ਤੇ 4 ਵਾਧੇ ਬਾਰੇ, ਖਾਧਾ ਤਰਸ ਨਾ ਹੋਈਆਂ ਕਮਜ਼ੋਰ ਅੱਖੀਆਂ।
ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਅੱਖਾਂ ਕਮਜ਼ੋਰ ਨਹੀਂ ਹੋਈਆਂ ਤੇ ਅੱਜ ਤਾਈਓ ਤਾਂ ਕਲਗੀਆਂ ਵਾਲੇ ਦੇ ਦਰ ਉੱਤੇ ਤੇ ਲੱਖਾਂ ਝੁਕਦੀਆਂ ਕਰੋੜ ਅੱਖੀਆਂ ਅੱਜ ਦੇਖੋ ਕਲਗੀਆਂ ਧਰਦੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਹੀ ਚਮਕੌਰ ਦੀ ਗੜੀ ਦਾ ਸਕਾ ਲੰਘ ਕੇ ਹਟਿਆ ਤੇ ਸਰਹੰਦ ਦਾ ਚਮਕੌਰ ਸਾਹਿਬ ਦਾ ਆਨੰਦਪੁਰ ਸਾਹਿਬ ਦਾ ਕਿੰਨੀਆਂ ਸੰਗਤਾਂ ਨੇ ਜਾ ਕੇ ਉੱਥੇ ਜਾ ਕੇ ਮੱਥਾ ਟੇਕਿਆ। ਜੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਸੀ ਤਾਂ ਹੀ ਅੱਜ ਮਹਾਰਾਜ ਨੂੰ ਯਾਦ ਕਰਦੇ ਹਾਂ। ਉਹਨਾਂ ਦਾ ਜਿਗਰ ਏਡਾ ਵੱਡਾ ਸੀ ਤਾਂ ਕਰਕੇ ਯਾਦ ਕਰਦੇ ਹਾਂ। ਚਲੋ ਖੈਰ ਕਹਿਣ ਤੋਂ ਭਾਵ ਫਿਰ ਛੋਟਾ ਸਾਹਿਬਜ਼ਾਦਾ ਵੀ ਮੈਦਾਨੇ ਜੰਗ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕਰ ਗਿਆ ਤੇ ਮਹਾਰਾਜ ਨੇ ਫੇਰ ਵੀ ਜਕਾਰਾ ਛੱਡਿਆ। ਤੇ ਆਓ ਮੈਂ ਦੋ ਲਾਈਨਾਂ ਬੋਲ ਹੀ ਦਿੰਦਾ ਇੱਥੇ ਪਿਆਰ ਦੇ ਵਿੱਚ ਆ ਕੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜਿਗਰਾ ਕਿਹੋ ਜਿਹਾ ਸੀ ਤੇ ਸਾਡਾ ਜਿਗਰਾ ਕਿਹੋ ਜਿਹਾ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਏ ਕਦੇ ਨਹੀਂ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਏ ਕਦੇ ਨਹੀਂ ਜਾਂਦੇ। ਪੁੱਤਰਾਂ ਦੇ ਵਿਛੋੜੇ ਸਏ ਕਦੇ ਨਹੀਂ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਏ ਕਦੇ ਨਹੀਂ ਜਾਂਦੇ। ਜਦ ਇਬਰਾਹੀਮ ਦੇ ਜੀ ਪੁੱਤਰ ਦੀ ਹੋਣ ਲੱਗੀ ਕੁਰਬਾਨੀ ਉਹਨੇ ਪੱਟੀਆਂ ਬੰਨ ਲਈਆਂ ਅੱਖਾਂ ਚੋਂ ਫੇਰ ਵੀ ਆ ਗਿਆ ਪਾਣੀ। ਦੁੱਖ ਝੱਲਿਆ ਜਾਂਦਾ ਨਾ ਉਹ ਧਰਤੀ ਅੰਬਰ ਡੋਲੀ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਜਦ ਰਾਜੇ ਦਸ਼ਰਥ ਤੋਂ ਵਿਛੜ ਗਈ ਰਾਮ ਮੂਰਤੀ ਪਿਆਰੀ। ਰਾਜਾ ਚੜ ਗਿਆ ਮਹਿਲਾਂ ਤੇ ਉਹਨੇ ਛਾਲ ਮਹਿਲ ਤੋਂ ਮਾਰੀ। ਲਿਖਿਆ ਰਮੈਣ ਲਿਖੇ ਭਗਤ ਤੁਲਸੀ ਜੀ ਫਰਮਾਉਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਜਦ ਸੁਣਿਆ ਅਰਜਨ ਨੇ ਮੌਤ ਬਮਨੂ ਪੁੱਤਰ ਦੀ ਹੋਈ। ਸ਼ਾਸਤਰ ਛਿੜਤੇ ਲੜਦੇ ਨੇ ਪੁਜਾ ਵਿੱਚ ਬਲ ਨਾ ਰਿਹਾ ਕੋਈ। ਫਿਰ ਕਹੇ ਕ੍ਰਿਸ਼ਨ ਜੀ ਦੇ ਉਹੀ ਬਾਣ ਉਠਾ ਕੇ ਲਿਆਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਇੱਕ ਕਲਗੀ ਧਰਨੇ ਜੀ ਸਿੰਘੋ ਕੀਤੀ ਅਜਬ ਕਮਾਈ। ਉਹਨੇ ਹੱਸ ਹੱਸ ਪੁੱਤਰਾਂ ਦੀ ਕੀਤੀ ਮੌਤ ਨਾਲ ਕੁੜਮਾਈ। ਜੇ ਸਿਦਕ ਕਮਾਇਆ ਸੀ ਅੱਜ ਤਾਈਓ ਝੰਡੇ ਝੂਲੀ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਉਹ ਪੁੱਤਰ ਤਾਰਾ ਅੱਖੀਆਂ ਦਾ ਇਸ ਤੋਂ ਹੋਰ ਨਾ ਚੀਜ਼ ਪਿਆਰੀ। ਪੁੱਤਰਾਂ ਦੇ ਬਾਝੋ ਜੀ ਸੁਣੀ ਦਿਸਦੀ ਦੁਨੀਆ ਸਾਰੀ। ਪੁੱਤ ਪਿਆਰੇ ਪ੍ਰਾਨਾਂ ਤੋਂ ਕਿਉਂ ਭਾਈ ਆਲਮ ਜੀ ਫਰਮਾਉਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਫਿਰ ਛੋਟਾ ਸਾਹਿਬਜ਼ਾਦਾ ਵੀ ਮੈਦਾਨੇ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰ ਗਿਆ। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਉੱਚੀ ਮਮਟੀ ਉੱਤੋਂ ਉਤਰੇ ਥੱਲੇ ਕਮਰ ਕਸਾ ਲਾ ਰਹੇ ਨੇ। ਦਮਾਲਾ ਜਿਹੜਾ ਉਹ ਢਿੱਲਾ ਸੀ ਮਹਾਰਾਜ ਜੀ ਕੱਸ ਕੇ ਬੰਨ ਰਹੇ ਨੇ। ਭਾਈ ਦਿਆਲ ਸਿੰਘ ਨੇ ਪੁੱਛਿਆ ਮਹਾਰਾਜ ਆਪ ਜੀ ਇਹ ਜਿਹੜਾ ਦਮਾਲਾ ਸਜਾ ਰਹੇ ਹੋ। ਮਹਾਰਾਜ ਜੀ ਕਹਿਣ ਲੱਗੇ ਮੈਂ ਵੀ ਮੈਦਾਨੇ ਜੰਗ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕਰਨੀ ਹੈ।
ਤੇ ਧੰਨ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਡੇ ਵਰਗੇ ਹਜ਼ਾਰਾਂ ਸਿੱਖ ਮਿਲ ਜਾਣਗੇ, ਜਿੱਥੇ ਵੀ ਜਾ ਕੇ ਤੂੰ ਨਜ਼ਰ ਤੇ ਪਾ ਦੇਂਗਾ, ਮਿਹਰ ਦੀ ਦ੍ਰਿਸ਼ਟੀ ਪਾ ਜਾਏਗਾ, ਸਾਡੇ ਵਰਗੇ ਹਜ਼ਾਰਾਂ ਸਿੱਖ ਪੈਦਾ ਕਰ ਲੇਗਾ। ਪਰ ਸਾਡੇ ਵਰਗੇ ਹਜ਼ਾਰਾਂ ਸਿੱਖ ਹੋਣ ਤੇ ਤੇਰੇ ਵਰਗਾ ਇੱਕ ਗੁਰੂ ਨਹੀਂ ਪੈਦਾ ਕਰ ਸਕਦੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤੇ ਮਹਾਰਾਜ ਜੀ ਕਹਿਣ ਲੱਗੇ ਫਿਰ ਕੀ ਹੁਕਮ ਹੈ? ਤੇ ਧੰਨ ਫਿਰ ਭਾਈ ਦਇਆ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਮਹਾਰਾਜ ਕਿਰਪਾ ਕਰ ਦਿਓ, ਜਦੋਂ ਤੁਸੀਂ ਅੰਮ੍ਰਿਤ ਛਕਾਇਆ ਸੀ ਨਾ ਉਸ ਵਕਤ ਤੇ ਸਾਨੂੰ 5 ਰਹਿਤਾਂ ਦਸੀਆਂ ਸੀ, ਤੇ ਅੱਜ ਇੱਕ 6ਵੀਂ ਰਹਿਤ ਅਸੀਂ ਤੁਹਾਨੂੰ ਦੱਸ ਰਹੇ ਹਾਂ। ਉਹ ਕੀ ਹੈ? ਤੁਸੀਂ ਕਿਹਾ ਸੀ ਜਦੋਂ ਵੀ ਖਾਲਸੇ ਉੱਤੇ ਭੀੜੀ ਪਵੇ 5 ਸਿੱਖ ਇਕੱਠੇ ਹੋ ਕੇ ਅਰਦਾਸ ਕਰਦੇ ਹੋ ਤੇ ਮੈਂ ਤੁਹਾਡੀ ਉਸੇ ਵਕਤ ਸੁਣੂਗਾ। ਤੇ ਅੱਜ 5 ਸਿੱਖਾਂ ਦਾ ਹੁਕਮ ਹੈ। ਮਹਾਰਾਜ ਜੀ ਕਹਿਣ ਲੱਗੇ ਕੀ? ਐਸੇ ਵਕਤ ਇਸ ਗੜੀ ਚਮਕੌਰ ਨੂੰ ਜੀ ਹੈ ਹੁਕਮ ਖਾਲਸੇ ਦਾ। ਸੱਚੇ ਪਾਤਸ਼ਾਹ ਭਾਵੇਂ ਖਾਲਸਾ ਹੁਕਮ ਨਹੀਂ ਕਰ ਸਕਦਾ, ਪਰ ਅਸੀਂ 5 ਦੇ ਰੂਪ ਦੇ ਵਿੱਚ ਕਹਿ ਰਹੇ ਹਾਂ। ਗੁਰੂ ਸਮੁੰਦ ਨਦੀ ਸਭ ਸਿੱਖੀ, ਸਾਡਾ ਗੁਰੂ ਵੱਡਾ ਹੈ। ਸਿੱਖ ਗੁਰੂ ਨੂੰ ਹੁਕਮ ਨਹੀਂ ਕਰ ਸਕਦਾ, ਹੁਕਮ ਗੁਰੂ ਸਿੱਖ ਨੂੰ ਕਰ ਸਕਦਾ ਹੈ। ਪਰ ਜੀ ਸਿੱਖ ਬਣ ਕੇ ਨਹੀਂ ਹੁਕਮ ਕਰ ਰਹੇ। ਅੱਜ ਅਸੀਂ 5 ਪਿਆਰਿਆਂ ਦੇ ਰੂਪ ਦੇ ਵਿੱਚ ਜੀ ਹੈ ਹੁਕਮ ਖਾਲਸੇ ਦਾ, ਤੁਰ ਜਾ ਕਰਕੇ ਕੂਚ ਮੈਦਾਨੋ। ਹੈ ਹੁਕਮ ਖਾਲਸੇ ਦਾ, ਤੁਰ ਜਾ ਕਰਕੇ ਕੂਚ ਮੈਦਾਨੋ। ਹੈ ਹੁਕਮ ਖਾਲਸੇ ਦਾ, ਤੁਰ ਜਾ ਕਰਕੇ ਕੂਚ ਮੈਦਾਨੋ। ਹੈ ਹੁਕਮ ਖਾਲਸੇ ਦਾ, ਤੁਰ ਜਾ ਕਰਕੇ ਕੂਚ ਮੈਦਾਨੋ। ਹੈ ਹੁਕਮ ਖਾਲਸੇ ਦਾ, ਤੁਰ ਜਾ ਕਰਕੇ ਕੂਚ ਮੈਦਾਨੋ। ਹੈ ਹੁਕਮ ਖਾਲਸੇ ਦਾ, ਤੁਰ ਜਾ ਕਰਕੇ ਕੂਚ ਮੈਦਾਨੋ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ 5 ਦੇ ਅੱਗੇ ਫਿਰ ਆਪਣਾ ਸੀਸ ਝੁਕਾ ਦਿੱਤਾ। ਕਲਗੀ ਜਿਗਾ ਆਪਣੇ ਵਾਲਾ ਬਾਣਾ ਬਾਬਾ ਸੰਗਤ ਸਿੰਘ ਜੀ ਨੂੰ ਬਖਸ਼ਿਸ਼ ਕਰ ਦਿੱਤਾ। ਕਲਗੀਧਰ ਸੰਗਤ ਸਿੰਘ ਤਾਈ ਕਲਗੀ ਦੀਨੋ ਥਾਪ ਗੁਸਾਈ। ਗੁਸਾਈ ਨੇ ਬਾਬਾ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਥਾਪ ਕੇ ਬਿਠਾ ਦਿੱਤਾ, ਆਪਣਾ ਜੋੜਾ ਉਤਾਰ ਦਿੱਤਾ ਚਰਨਾਂ ਵਾਲਾ। ਭਾਈ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਜੋੜਾ ਪਾ ਲਓ। ਕਹਿਣ ਲੱਗੇ ਜਦੋਂ ਮੈਂ ਮੈਦਾਨੇ ਜੰਗ ਵਿੱਚ ਦੀ ਜਾਊਂਗਾ ਨਾ, ਉੱਥੇ ਕਈ ਸਿੱਖਾਂ ਦੇ ਕੇਸ ਖੁੱਲੇ ਪਏ ਨੇ, ਕਿਤੇ ਉਹਨਾਂ ਦੇ ਕੇਸਾਂ ਨੂੰ ਮੇਰਾ ਜੋੜਾ ਨਾ ਲੱਗ ਜਾਵੇ। ਸਾਨੂੰ ਇੰਨਾ ਮਾਣ ਦਿੱਤਾ। ਬੋਲੋ ਸਤਨਾਮ ਵਾਹਿਗੁਰੂ। ਤੇ ਅਸੀਂ ਉਸ ਗੁਰੂ ਦਾ ਸ਼ੁਕਰਾਨਾ ਹੀ ਨਹੀਂ ਕਰਦੇ। ਕਿਤੇ ਨਹੀਂ ਆ ਕੇ ਆਏ ਕਿਹਾ ਹੋਣਾ ਵੀ ਚਲੋ ਆਪਾਂ ਗੁਰੂ ਦੀ ਯਾਦ ਵਿੱਚ ਬੈਠ ਕੇ 10 ਮਿੰਟ ਇੱਕ ਪਾਠ ਸੁਖਮਨੀ ਸਾਹਿਬ ਦਾ ਕਰ ਦਈਏ, ਜਪਜੀ ਸਾਹਿਬ ਦਾ ਹੀ ਪਾਠ, ਉਹ ਚੌਪਈ ਸਾਹਿਬ ਦਾ ਪਾਠ ਹੀ ਕਰ ਦਈਏ, ਕਿਤੇ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦਾ ਸ਼ੁਕਰਾਨਾ ਕਰ ਦਈਏ। ਗੁਰੂ ਕਹਿੰਦਾ ਸਿੱਖਾਂ ਦੇ ਸਿਰ ਦੇ ਕੇਸਾਂ ਨੂੰ ਮੇਰਾ ਜੋੜਾ ਨਾ ਲੱਗ ਜਾਵੇ। ਤੇ ਸਿੱਖ ਕਿਰਤ ਕਾਂਡਾ ਗੁਰੂ ਨੂੰ ਭੁੱਲਿਆ ਬੈਠਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਚਲੋ ਫਿਰ 5 ਸਿੱਖਾਂ ਨੂੰ ਨਾਲ, 3 ਸਿੱਖਾਂ ਨੂੰ ਭਾਈ ਦਇਆ ਸਿੰਘ, ਧਰਮ ਸਿੰਘ, ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਨੂੰ ਛੱਡ ਕੇ ਮਹਾਰਾਜ ਜੀ ਤੁਰੇ। ਕਹਿੰਦੇ ਜਿਵੇਂ ਆਨੰਦਪੁਰ ਸਾਹਿਬ ਦੀ ਧਰਤੀ ਰੋਈ ਤੇ ਉਸੇ ਤਰ੍ਹਾਂ ਹੀ ਚਮਕੌਰ ਦੀ ਗੜੀ ਨੇ ਵੀ ਅੱਜ ਧਾ ਮਾਰੀ। ਜਦੋਂ ਬਾਲਕ ਦੁਨੀਆ ਦਾ ਧੰਨ ਪੁੱਤਰਾਂ ਦਾ ਦਾਨੀ ਉਸ ਚਮਕੌਰ ਦੀ ਗੜੀ ਵਿੱਚੋਂ ਚੱਲਿਆ ਤੇ ਵਿਦਵਾਨ ਲਿਖਦਾ ਹੈ ਰਾਗੀ ਸਵਰਨ ਸਿੰਘ ਜੀ, ਨੁਸਹਿਰਾ ਵਾਲੇ ਗੁਰਦਾਸਪੁਰ ਦੇ ਵਿੱਚ ਨੁਸਹਿਰਾ ਪੈਂਦਾ, ਉੱਥੋਂ ਦੇ ਰਾਗੀ ਸਵਰਨ ਸਿੰਘ ਸੀ। ਬੜੀ ਕਮਾਈ ਸੀ, ਬੜਾ ਮਿੱਠਾ ਕੀਰਤਨ ਸੀ ਉਹਨਾਂ ਦਾ। ਉਹਨਾਂ ਨੇ ਬੜੇ ਪਿਆਰ ਦੀਆਂ 2 ਲਾਈਨਾਂ ਲਿਖੀਆਂ। ਉਹ ਕੀ ਕਹਿੰਦੇ? ਜੀ ਰੋਈ ਚਮਕੌਰ ਦੀ ਗੜੀ, ਤੁਰ ਚੱਲਿਆ ਪੰਥ ਦਾ ਵਾਲੀ। ਰੋਈ ਚਮਕੌਰ ਦੀ ਗੜੀ, ਤੁਰ ਚੱਲਿਆ ਪੰਥ ਦਾ ਵਾਲੀ। ਰੋਈ ਚਮਕੌਰ ਦੀ ਗੜੀ, ਤੁਰ ਚੱਲਿਆ ਪੰਥ ਦਾ ਵਾਲੀ। ਰੋਈ ਚਮਕੌਰ ਦੀ ਗੜੀ, ਤੁਰ ਚੱਲਿਆ ਪੰਥ ਦਾ ਵਾਲੀ। ਰੋਈ ਚਮਕੌਰ ਦੀ ਗੜੀ, ਤੁਰ ਚੱਲਿਆ ਪੰਥ ਦਾ ਵਾਲੀ। ਰੋਈ ਚਮਕੌਰ ਦੀ ਗੜੀ, ਤੁਰ ਚੱਲਿਆ ਪੰਥ ਦਾ ਵਾਲੀ। ਰੋਈ ਚਮਕੌਰ ਦੀ ਗੜੀ, ਰੋਈ ਚਮਕੌਰ ਦੀ ਗੜੀ, ਤੁਰ ਚੱਲਿਆ ਪੰਥ ਦਾ ਵਾਲੀ। ਰੋਈ ਚਮਕੌਰ ਦੀ ਗੜੀ, ਤੁਰ ਚੱਲਿਆ ਪੰਥ ਦਾ ਵਾਲੀ। ਚਮਕੌਰ ਦੀ ਗੜੀ, ਤੁਰ ਚੱਲਿਆ ਪੰਥ ਦਾ ਵਾਲੀ। ਰੋਈ ਚਮਕੌਰ ਦੀ ਗੜੀ, ਤੁਰ ਚੱਲਿਆ ਪੰਥ ਦਾ ਵਾਲੀ। ਰੋਈ ਚਮਕੌਰ ਦੀ ਗੜੀ, ਚੱਲਿਆ ਪੰਥ ਦਾ ਵਾਲੀ।
ਰੋਈ ਚਮਕੌਰ ਦੀ ਗੜੀ ਤੁਰ ਚੱਲਿਆ ਪੰਥ ਦਾ ਬਾਣੀ। ਚਮਕੌਰ ਦੀ ਗੜੀ ਨੂੰ ਛੱਡ ਕੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਮੈਦਾਨੇ ਜੰਗ ਵਿੱਚ ਜਾ ਰਹੇ ਨੇ। ਮਹਾਰਾਜ ਜੀ ਨੇ ਕਿਹਾ ਸੀ ਮੈਂ ਜਕਾਰਾ ਛੱਡ ਕੇ ਨਗਾਰਾ ਵਜਾ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਭਾਵੇਂ ਫਾਰਸੀ ਵਿੱਚ ਛੱਡਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਨੂੰ ਛੱਡ ਕੇ 3 ਸਿੱਖਾਂ ਨੂੰ ਨਾਲ ਲੈ ਕੇ ਕਾਲੀ ਰਾਤ ਅੰਦਰ ਤੁਰਿਆ ਜਾਂਦਿਆਂ ਦਾ ਠੇਡਾ ਵੱਜਾ ਜੀਤ ਦੀ ਲਾਸ਼ ਉੱਤੇ। ਹੋਈ ਚਾਂਦਨੀ ਟੁੱਟ ਕੇ ਇੱਕ ਤਾਰਾ ਡਿੱਗਾ ਧਰਤ ਤੇ ਆਣ ਆਕਾਸ਼ ਉੱਤੇ। ਥੋੜੀ ਵਿੱਤ ਉੱਤੇ ਤਾਰਾ ਅੱਖੀਆਂ ਦਾ ਅੱਖੀ ਮੀਟ ਕੇ ਘੂਕ ਜੁਝਾਰ ਸੁੱਤਾ। ਸੱਚੇ ਪਾਤਸ਼ਾਹ ਮਰਦੇ ਜਾਂਦਿਆਂ ਜਾਂਦਿਆਂ ਦਾ ਠੇਡਾ ਬਾਬਾ ਅਜੀਤ ਸਿੰਘ ਜੀ ਦੀ ਪਵਿੱਤਰ ਸਰੀਰ ਪਵਿੱਤਰ ਲਾਸ਼ ਨੂੰ ਲੱਗਿਆ। ਉਧਰ ਬਿਜਲੀ ਚਮਕੀ ਬੱਦਲਾਂ 'ਚ ਬਿਜਲੀ ਝਮੱਕੇ ਸੀ। ਮਾਰ ਜੀ ਹੋਈ ਲੈ ਰਸ਼ਨਾਈ ਜਾਂ ਸੁਨਹਿਰੀ ਜਹੀ ਤਾਰ ਦੀ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ 2 ਮਿੰਟ ਵਾਸਤੇ ਰੁਕੇ ਉੱਥੇ। ਪਿਆਰ ਦਿੱਤਾ ਬਾਬਾ ਅਜੀਤ ਸਿੰਘ ਨੂੰ, ਕਹਿਣ ਲੱਗੇ ਹਜੇ ਤੂੰ ਆਪਣੇ ਦਾਦੇ ਦੀ ਗੋਦ ਵਿੱਚ ਨਹੀਂ ਗਿਆ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਚਲੋ ਖੈਰ ਫੇਰੋ ਮੈਦਾਨੇ ਜੰਗ ਵਿੱਚੋਂ ਆਪ ਮਹਾਰਾਜ ਅੱਗੇ ਪਿੰਡ ਬਹਿਲੋਲਪੁਰ ਪੂਰਨਮਸੰਦ ਦੇ ਮਹਾਰਾਜ ਦੀ ਘਰ ਦੇ ਵਿੱਚ ਗਏ। ਉੱਥੇ ਵੀ ਜਾ ਕੇ ਪੂਰਨਮਸੰਦ ਨੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਉਹ ਭਾਗਤ ਨਾ ਕੀਤਾ। ਜਿਉਣਾ ਉਹਦਾ ਨੌਕਰ ਸੀ, ਪੂਰਨਮਸੰਦ ਦਾ ਨੌਕਰ ਸੀ ਜਿਉਣਾ। ਉਹਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸੇਵਾ ਕੀਤੀ, ਟਹਿਲ ਪਾਣੀ ਕੀਤੀ, ਅੱਗ ਪਾ ਕੇ ਦੇਤੀ, ਟਿੰਡ ਵਿੱਚ ਰੱਸੀ ਬੰਨ੍ਹ ਕੇ ਮਹਾਰਾਜ ਨੂੰ ਫੜਾ ਦਿੱਤੀ। ਸੱਚੇ ਪਾਤਸ਼ਾਹ ਲੈ ਜਾਓ ਫਿਰ ਗੁਲਾਬੇ ਪੰਜਾਬੇ ਦੇ ਖੂਹ ਦੇ ਉੱਤੇ ਜਾ ਕੇ ਮੱਝ ਨੇ ਇਸ਼ਨਾਨ ਕੀਤਾ। 72 ਘੰਟੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਧਰਤੀ ਉੱਤੇ ਕੰਡ ਨਹੀਂ ਲਾਈ। 72 ਘੰਟੇ ਜਦੋਂ ਭਾਈ ਦਇਆ ਸਿੰਘ ਜੀ, ਧਰਮ ਸਿੰਘ, ਮਾਨ ਸਿੰਘ ਵਰਗਿਆਂ ਨੇ ਇਸ਼ਨਾਨ ਕੀਤਾ ਕਰਵਾਇਆ ਨਾ ਮਹਾਰਾਜ ਦਾ, ਕਹਿੰਦੇ 1-1 ਇੰਚ ਮਾਸ ਦੇ ਵਿੱਚ ਕਮਰ ਕਸਾ ਬੈਠਿਆ ਪਿਆ ਸੀ। 1-1 ਇੰਚ ਮਾਸ ਦੇ ਵਿੱਚ ਬਹਿ ਗਿਆ ਸੀ। ਤੇ ਧੰਨ ਸੀ ਗੁਰੂ ਦੇ ਪਿਆਰ ਵਿੱਚ ਆ ਕੇ ਸਤਿਕਾਰ ਕੀਤਾ। ਫਿਰ ਮਹਾਰਾਜ ਨੇ ਨਿਤਨੇਮ ਕੀਤਾ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਨਿਤਨੇਮ ਕਰਦੇ ਨੇ ਜਪਜੀ ਸਾਹਿਬ ਪੜਿਆ, ਜਾਪ ਸਾਹਿਬ ਸਬਈਏ ਚੌਪਈ ਦਾ ਪਾਠ ਕਰ ਰਹੇ ਨੇ। ਪਾਠ ਆਇਆ ਸੁੱਚੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ। ਭਾਈ ਦਇਆ ਸਿੰਘ ਜੀ ਐ ਬੈਠੇ ਨੇ, ਸਮਾਧੀ ਲਾਈ ਐ। ਉਹ ਕਿਹੜੇ ਪਰਿਵਾਰ ਦੀ ਸੁੱਖ ਮੰਗਦਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੇਵਕ ਸਿੱਖ ਸਭੈ ਕਰਤਾਰਾ। ਆ ਸੇਵਕਾਂ ਦੀ ਮੈਂ ਸੁੱਖ ਮੰਗਦਾ, ਮੈਂ ਆਪਣੇ ਪਰਿਵਾਰ ਦੀ ਸੁੱਖ ਨਹੀਂ ਮੰਗਦਾ। ਕੀ ਕਿਹਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ? ਸੁਖੀ ਬਸੈ ਮੋਰੋ ਪਰਵਾਰਾ, 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 ਸੁਖੀ ਬਸੈ ਮੋਰੋ ਪਰਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਸੇਵਕ ਸਿੱਖ ਸਭੈ ਕਰਤਾਰਾ, ਸਿੱਖ ਸਭੈ ਕਰਤਾਰਾ, ਸੇਵਕ ਸਿੱਖ ਸਭੈ ਕਰਤਾਰਾ, ਸੇਵਕ ਸਿੱਖ ਸਭੈ ਕਰਤਾਰਾ, ਸੇਵਕ ਸਿੱਖ ਸਭੈ ਕਰਤਾਰਾ। ਸੁਖੀ ਬਸੈ ਮੋਰੋ ਪਰਵਾਰਾ, 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 ਸੁਖੀ ਬਸੈ ਮੋਰੋ ਪਰਵਾਰਾ। ਲਾਬੇ ਪੰਜਾਬੇ ਦੇ ਖੂਹ ਤੇ ਮੱਝ ਨੇ ਇਸ਼ਨਾਨ ਕੀਤਾ। ਫਿਰ ਗਨੀ ਖਾਂ ਤੇ ਨਵੀ ਖਾਂ 2 ਭਰਾ ਨੇ ਮੁਸਲਮਾਨ ਵੀਰ। ਉਹਨਾਂ ਦੇ ਘਰ ਵੀ ਫਿਰ ਮਹਾਰਾਜ ਨੇ ਟਿਕਾਣਾ ਕੀਤਾ। ਇੱਕ ਰਾਤ ਉਹਨਾਂ ਦੇ ਘਰ ਰਹੇ। ਮਾਤਾ ਗੁਰਦਈ ਨੇ ਚਿੱਟੇ ਰੰਗ ਦਾ ਚੋਲਾ ਭੇਟ ਕੀਤਾ। 4 ਚੋਲੇ ਜਾ ਕੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਭੇਟ ਕਰਕੇ ਆਈ, ਇੱਕ ਚੋਲਾ ਰਹਿ ਗਿਆ। ਮਾਤਾ ਗੁਰਦਈ ਨੇ ਅਰਦਾਸ ਕਰੀ, ਮੱਝ ਨੇ ਜਾ ਕੇ ਆਪ ਚੋਲਾ ਜਿਹੜਾ ਉਹ ਲਿਆ। ਭਾਈ ਦਇਆ ਸਿੰਘ ਨੂੰ ਕਹਿਣ ਲੱਗੇ ਜਾ ਸ਼ਹਿਰ ਦੇ ਵਿੱਚੋਂ ਜਾ ਕੇ ਇਹਨੂੰ ਨੀਲੇ ਰੰਗ ਦਾ ਰੰਗਾ ਕੇ ਲੈ ਕੇ ਆ। ਤੇ ਧੰਨ ਭਾਈ ਦਇਆ ਸਿੰਘ ਜੀ ਸ਼ਹਿਰ ਦੇ ਵਿੱਚ ਗਏ, ਨੀਲੇ ਰੰਗ ਦਾ ਚੋਲਾ ਜਿਹੜਾ ਉਹ ਰੰਗਾ ਕੇ ਲਿਆਂਦਾ। ਤੇ ਸੱਚੇ ਪਾਤਸ਼ਾਹ ਨੇ ਬੜੇ ਪਿਆਰ ਦੇ ਵਿੱਚ ਆ ਕੇ ਉਹ ਨੀਲੇ ਰੰਗ ਦਾ ਜਿਹੜਾ ਬਾਣਾ ਧਾਰਨ ਕਰਿਆ। 2 ਮਿੰਟ ਭਾਈ ਟਕਾਈ ਵੀ ਰੱਖੋ, ਰੌਲਾ ਨਾ ਪਾਓ ਗੁਰੂ ਦੀ ਗੋਦ ਅੰਦਰ। ਬੜਾ ਟਕਾ ਚੱਲ ਰਿਹਾ ਹੈ, ਇਸ ਕਰਕੇ ਰੌਲੇ ਗੋਲੇ ਤੋਂ ਸੰਕੋਚ ਹੋ ਕੇ ਬੈਠੋ ਗੁਰੂ ਦੀ ਗੋਦ ਅੰਦਰ।
ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਨੀਲਾ ਬਾਣਾ ਧਾਰਨ ਕਰ ਲਿਆ, ਕੇਸ ਪਿੱਛੇ ਨੂੰ ਸੁੱਟ ਲਏ। ਕਨੀ ਖਾਂ ਤੇ ਨਵੀ ਖਾਂ ਦੋ ਗੁਲਾਬਾ ਤੇ ਪੰਜਾਬਾ ਤੇ ਉਹਨਾਂ ਦੇ ਘਰ ਦੇ ਵਿੱਚੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨੀਲਾ ਬਾਣਾ ਧਾਰਨ ਕਰਿਆ, ਇਸ਼ਨਾਨ ਧਿਆਨ ਕਰਕੇ ਤੇ ਪੀਰ ਬਣ ਕੇ, ਉੱਚੇ ਦੇ ਪੀਰ ਬਣ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇੱਥੋਂ ਚਾਲਾ ਪਾਇਆ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉੱਥੋਂ ਜਾ ਰਹੇ ਹਨ ਤੇ ਬਾਣਾ ਕਿਹੜਾ ਪਾਇਆ ਹੋਇਆ? ਨੀਲਾ ਬਾਣਾ। ਨੀਲ ਵਸਤਰ ਧਾਰੇ ਬਨਵਾਰੀ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਬੜੇ ਪਿਆਰ ਦੇ ਵਿੱਚ ਆ ਕੇ, ਜਦੋਂ ਅੱਗੇ ਮੁਗਲ ਫੌਜ ਨੇ ਘੇਰਾ ਪਾ ਲਿਆ ਆ ਕੇ, ਤੇ ਪੁੱਛਦੇ ਨੇ ਕੌਣ ਹੈ? ਕਹਿੰਦੇ ਪੀਰ ਹੈ ਸਾਡਾ, ਉੱਚ ਪਿੰਡ ਦਾ ਪੀਰ ਹੈ। ਤੇ ਪਿਆਰ ਦੇ ਵਿੱਚ ਆ ਕੇ ਪੜ੍ਹਦੇ ਨੇ, ਉੱਚ ਦਾ ਹੈ ਪੀਰ ਸਾਡਾ, ਉੱਚ ਦਾ ਹੈ ਪੀਰ, ਉੱਚ ਦਾ ਹੈ ਪੀਰ ਸਾਡਾ, ਉੱਚ ਦਾ ਹੈ ਪੀਰ, ਉੱਚ ਦਾ ਹੈ ਪੀਰ ਸਾਡਾ, ਉੱਚ ਦਾ ਹੈ ਪੀਰ, ਉੱਚ ਦਾ ਹੈ ਪੀਰ ਸਾਡਾ, ਉੱਚ ਦਾ ਹੈ ਪੀਰ, ਉੱਚ ਦਾ ਹੈ ਪੀਰ ਸਾਡਾ, ਉੱਚ ਦਾ ਹੈ ਪੀਰ, ਉੱਚ ਦਾ ਹੈ ਪੀਰ ਸਾਡਾ, ਉੱਚ ਦਾ ਹੈ ਪੀਰ। ਉਹ ਜਿਹੜਾ ਇਹਦੇ ਦਰਸ਼ਨ ਕਰਦਾ, ਜਿਹੜਾ ਇਹਦੇ ਦਰਸ਼ਨ ਕਰਦਾ, ਉਹ ਜਿਹੜਾ ਇਹਦੇ ਦਰਸ਼ਨ ਕਰਦਾ, ਜਿਹੜਾ ਇਹਦੇ ਦਰਸ਼ਨ ਕਰਦਾ, ਉਹ ਜਿਹੜਾ ਇਹਦੇ ਦਰਸ਼ਨ ਕਰਦਾ, ਜਿਹੜਾ ਇਹਦੇ ਦਰਸ਼ਨ ਕਰਦਾ। ਉਹ ਵੇ ਤਕਦੀਰ ਸਾਡਾ, ਉੱਚ ਦਾ ਹੈ ਪੀਰ, ਉੱਚ ਦਾ ਹੈ ਪੀਰ ਸਾਡਾ, ਉੱਚ ਦਾ ਹੈ ਪੀਰ, ਉੱਚ ਦਾ ਹੈ ਪੀਰ ਸਾਡਾ, ਉੱਚ ਦਾ ਹੈ ਪੀਰ, ਉੱਚ ਦਾ ਹੈ ਪੀਰ ਸਾਡਾ, ਉੱਚ ਦਾ ਹੈ ਪੀਰ, ਉੱਚ ਦਾ ਹੈ ਪੀਰ ਸਾਡਾ, ਉੱਚ ਦਾ ਹੈ ਪੀਰ, ਉੱਚ ਦਾ ਹੈ ਪੀਰ ਸਾਡਾ, ਉੱਚ ਦਾ ਹੈ ਪੀਰ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਫਿਰ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਅੱਗੇ ਮਹਾਰਾਜਾ ਆਲਮਗੀਰ ਪਹੁੰਚ ਗਏ। ਭਾਈ ਨਗਾਈਏ ਨੇ ਫਿਰ ਇੱਥੇ ਜਾ ਕੇ ਮਹਾਰਾਜ ਨੂੰ ਘੋੜੀ ਭੇਟ ਕੀਤੀ। ਭਾਈ ਨਗਾਈਏ ਦੇ ਨਾਨਕੇ ਸੀ ਮੂਲੋਵਾਲ ਪਿੰਡ, ਬਰਨਾਲੇ ਦੇ ਲਾਗੇ ਮੂਲੋਵਾਲ ਪਿੰਡ ਪੈ ਜਾਂਦਾ। ਉਸ ਨਗਾਈਏ ਨੇ ਫਿਰ ਘੋੜੀ ਭੇਟ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਨੂੰ। ਨਗਾਈਏ ਨੂੰ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮਿਲਣਾ ਕੀਤਾ, ਫਿਰ ਨਗਾਈਏ ਨੇ ਕਿਹਾ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ 15 ਤੇ 16 ਪੋਹ 2 ਦਿਨ ਅਸੀਂ ਮੂਲੋਵਾਲ ਦੀ ਧਰਤੀ ਤੇ ਹੋਵਾਂਗੇ, ਜਦੋਂ ਆ ਕੇ ਮਰਜ਼ੀ ਮਿਲਿਓ, ਸਾਨੂੰ ਸਰੀਰ ਕਰਕੇ ਮਿਲਣਾ ਜੀ ਨੇ ਸਾਖਸ਼ਾਤ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਫਿਰ ਨਗਾਈਏ ਨੇ ਕਿਹਾ ਸੀ ਸੱਚੇ ਪਾਤਸ਼ਾਹ ਜਦੋਂ ਮੈਂ ਤੁਹਾਡੀ ਨੂੰ ਘੋੜੀ ਭੇਟ ਕੀਤੀ ਹੈ ਨਾ, ਉਦੋਂ ਮੁਗਲਾਂ ਨੇ ਮੇਰਾ ਸਾਰਾ ਪਰਿਵਾਰ ਮਾਰ ਦਿੱਤਾ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਨਗਾਈਆ, ਜੇ ਤੇਰਾ ਪਰਿਵਾਰ ਮਾਰ ਦਿੱਤਾ, ਮੈਂ ਕਿਹੜਾ ਫਿਰ ਆਪਣਾ ਨਾਲ ਲਈ ਫਿਰਦਾ? ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਪਰਿਵਾਰ ਵੀ ਸਾਰਾ ਸ਼ਹੀਦ ਹੋ ਗਿਆ, ਮੈਂ ਵੀ ਇਕੱਲਾ ਹੀ ਫਿਰਦਾ ਹਾਂ। ਇੱਥੋਂ ਫਿਰ ਮਹਾਰਾਜ ਜੀ ਅੱਗੇ ਰਾਏਕੋਟ ਦੀ ਧਰਤੀ ਉੱਤੇ ਪਹੁੰਚੇ। ਰਾਏ ਕੱਲੇ ਦੇ ਖੇਤਾਂ ਵਿੱਚ ਬੈਠੇ ਨੇ। ਜਦੋਂ 2 ਸਾਹਿਬਜ਼ਾਦੇ ਸ਼ਹੀਦ ਹੋ ਗਏ, ਉਦੋਂ ਬਾਅਦ ਸਿੱਖਾਂ ਨੇ ਕਿਹਾ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਪਹਿਲਾਂ ਉਹਨਾਂ ਨੇ ਵੀ ਨਹੀਂ ਕਿਹਾ। ਫਿਰ ਜਿੰਨਾ ਚਿਰ 2 ਦੀ ਖਬਰ ਸੁਣੀ ਨਹੀਂ, ਉਹਨਾਂ ਚਿਰ ਮਹਾਰਾਜ ਇਸ ਏਰੀਏ ਚੋਂ ਬਾਹਰ ਦੀ ਹੋਏ ਹੈ। ਰਾਏ ਕੱਲੇ ਦੇ ਖੇਤਾਂ ਵਿੱਚ ਬੈਠੇ ਨੇ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਏ ਕੱਲੇ ਨੂੰ ਆਖਿਆ ਭਾਈ ਨੂਰਾ ਮਾਈ ਮੱਝਾਂ ਚਾਰਦਾ ਫਿਰਦਾ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਨੂਰਿਆ ਦੁੱਧ ਹੀ ਛਕਾ ਦੇ। ਸੱਚੇ ਪਾਤਸ਼ਾਹ ਦੁੱਧ ਤਾਂ ਮੈਂ ਛਕਾ ਦਿੰਦਾ ਏ, ਕੋਈ ਵੀ ਝੋਟੀ ਦੁੱਧ ਨਹੀਂ ਦਿੰਦੀ, ਅਵਸਰ ਨੇ ਸਾਰੀਆਂ। ਮਹਾਰਾਜ ਕਹਿਣ ਲੱਗੇ ਥਾਪੀ ਮਾਰ ਕੇ ਬਹਿ ਜਾ। ਜਦੋਂ ਥਾਪੀ ਮਾਰ ਕੇ ਬੈਠਾ ਸੱਚੇ ਪਾਤਸ਼ਾਹ, ਕੋਈ ਬਰਤਨ ਨਹੀਂ, 101 ਛੇਕ ਨੇ ਉਸ ਗੰਗਾ ਸਾਗਰ ਦੇ ਵਿੱਚ, ਲੋਟੇ ਦੇ ਵਿੱਚ। ਮਹਾਰਾਜ ਨੇ ਕਿਹਾ ਇਹਦੇ ਵਿੱਚ ਚੋਲਾ ਦੁੱਧ ਚੋਇਆ ਤੇ ਦੁੱਧ ਮਹਾਰਾਜ ਨੇ ਛਕਿਆ ਤੇ ਬਚਦਾ ਨੂਰੇ ਮਾਹੀ ਨੂੰ ਛਕਾ ਦਿੱਤਾ। ਰਾਏ ਕੱਲਾ ਵੀ ਆ ਗਿਆ ਬਾਜ਼ਾਰ, ਉਸ ਬਾਗ ਦੇ ਵਿੱਚ ਆ ਕੇ ਮਹਾਰਾਜ ਦੇ ਦਰਸ਼ਨ ਕਰੇ, ਸਾਰਾ ਹਾਲ ਚਾਲ ਪੁੱਛਿਆ। ਰਾਏ ਕੱਲੇ ਨੇ ਸੱਚਿਆ ਪਾਤਸ਼ਾਹ ਕੋਈ ਸੇਵਾ ਦੱਸੋ। ਕਹਿੰਦੇ ਮੇਰੇ 2 ਪੁੱਤਰ ਛੋਟੇ ਤੇ ਮਾਤਾ ਗੁਜਰੀ ਜੀ, ਉਹ ਸੂਬਾ ਸਰਹੰਦ ਦੀ ਕੈਦ ਵਿੱਚ ਸੀ, ਉਹਨਾਂ ਦੀ ਮੈਂ ਖਬਰ ਮੰਗਾਉਣੀ ਹੈ।
ਫਿਰ ਰਾਏ ਕੱਲੇ ਨੇ ਆਖਿਆ ਸੱਚੇ ਪਾਤਸ਼ਾਹ ਮੇਰਾ ਪਾਲੀ ਹੈ ਨੂਰਾ, ਇਹਦੀ ਭੈਣ ਵਿਆਹੀ ਹੈ ਨੂਰਾ ਉਹ ਸਰਹੰਦ ਦੀ ਧਰਤੀ ਵਿੱਚ, ਤੇ ਇਹਨੂੰ ਭੇਜ ਦਿੰਨੇ ਆ, ਤੁਹਾਡੇ ਲਾਲਾਂ ਦੀ ਖਬਰ ਲਿਆ ਦੂਗਾ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਰ ਲੱਗੇ, ਤੇ ਜਦੋਂ ਨੂਰੇ ਮਾਹੀ ਨੂੰ ਤੋਰਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਪਿਆਰ ਦੇ ਵਿੱਚ ਆ ਕੇ ਨੂਰੇ ਨੂੰ ਥਾਪੀ ਦੇ ਕੇ ਕਹਿੰਦੇ ਨੇ, ਲਿਆ ਵੀ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ, ਲਿਆ ਵੀ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ, ਲਿਆ ਵੀ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ, ਲਿਆ ਵੀ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ, ਲਿਆ ਵੀ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ, ਲਿਆ ਵੀ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ, ਉਹ ਖਬਰ ਮੇਰੇ ਲਾਲਾਂ ਦੀ, 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 ਖਬਰ ਮੇਰੇ ਖਬਰ ਮੇਰੇ ਲਾਲਾਂ ਦੀ, ਖਬਰ ਮੇਰੇ ਲਾਲਾਂ ਦੀ, ਖਬਰ ਮੇਰੇ ਲਾਲਾਂ ਦੀ, ਖਬਰ ਮੇਰੇ ਲਾਲਾਂ ਦੀ, ਉਹ ਲਿਆ ਵੀ ਨੂਰਿਆ ਖਬਰ ਜਾ ਕੇ ਮੇਰੇ ਲਾਲਾਂ ਦੀ, ਲਿਆ ਵੀ ਨੂਰਿਆ ਖਬਰ ਜਾ ਕੇ ਮੇਰੇ ਲਾਲਾਂ ਦੀ, ਉਹ ਲਿਆ ਵੀ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ, ਲਿਆ ਵੀ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ, ਲਿਆ ਵੀ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ, ਲਿਆ ਵੀ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ। ਅੱਜ ਫਿਰ ਨੂਰੇ ਮਾਹੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਏਕੋਟ ਦੀ ਧਰਤੀ ਤੋਂ ਤੋਰਿਆ। ਨੂਰਾ ਮਾਹੀ ਜਾ ਪਹੁੰਚਿਆ ਸਰਹੰਦ ਦੀ ਧਰਤੀ ਵਿੱਚ, ਆਪਣੀ ਭੈਣ ਨੂਰਾਂ ਦੇ ਘਰ ਗਿਆ, ਦੇਖਿਆ ਭੈਣ ਬੈਠੀ ਹੈ। ਉਸ ਭੈਣ ਨੇ ਜਦੋਂ ਆਪਣੇ ਭਰਾ ਨੂੰ ਵੇਖਿਆ, ਬਾਲ ਖੁੱਲੇ ਨੇ ਭੈਣ ਦੇ, ਰੋ ਰਹੀ ਹੈ, ਕੰਧਾਂ ਵੀ ਰੋ ਰਹੀਆਂ ਨੇ। ਫਿਰ ਨੂਰੇ ਮਾਹੀ ਨੇ ਪੁੱਛਿਆ, ਭੈਣ ਜਿਹੜਾ ਨਾ ਉਹ ਗੁਰੂ ਕੇ ਲਾਲਾਂ ਦੀ ਖਬਰ ਮੈਨੂੰ ਦੱਸ ਦੇ। ਫਿਰ ਜੋ ਭੈਣ ਨੇ ਕਿਹਾ, ਭਾਈ ਪਾਲ ਸਿੰਘ ਵੀ ਕਸੀ ਬੈਠਾ ਕਮਰ ਕਸਾ, ਇਹਨੇ ਕਵਿਤਾ ਬੋਲਣੀ ਹੈ। ਇਹ ਇਹਨਾਂ ਦੀ ਕਵਿਤਾ ਹੈ, ਵਿਦਵਾਨ ਦੀਆਂ ਲਿਖੀਆਂ ਹੋਈਆਂ 2 ਲਾਈਨਾਂ ਹਨ। ਆਓ ਮੈਂ ਸਵਾਬਤੀ ਵੱਲ ਜਾਵਾਂ। ਭੈਣ ਨੇ ਕਿਹਾ, ਵੀਰ ਵੇ ਤੋ ਲਾਲ ਮਾਸੂਮਾਂ ਨੂੰ ਨਾ ਪਾਪੀਆਂ ਨੇ ਸੱਚੇ ਪਾਤਸ਼ਾਹ ਦੇ ਛੋਟੇ ਛੋਟੇ ਲਾਲਾਂ ਨੂੰ ਕੰਧ ਦੇ ਵਿੱਚ ਚਿਣ ਕੇ ਸ਼ਹੀਦ ਕਰਦਾ। 3 ਦਿਨ ਲਗਾਤਾਰ ਪੇਸ਼ੀਆਂ ਪੈਂਦੀਆਂ ਰਹੀਆਂ ਤੇ ਵਕਤੇ ਕੀਰ ਬਾਬੇ ਮੋਤੀ ਮਹਿਰੇ ਨੇ ਦੁੱਧ ਦੀ ਸੇਵਾ ਕੀਤੀ ਤੇ ਗੁਰੂ ਕੇ ਲਾਲ ਵਕਤੇ ਖੀਰ 13 ਪੋਹ ਨੂੰ ਅੰਮ੍ਰਿਤ ਵੇਲੇ ਫਿਰ ਸ਼ਹੀਦੀਆਂ ਪ੍ਰਾਪਤ ਕਰਕੇ ਭੈਣ ਨੇ ਕਿਹਾ, ਤੋ ਲਾਲ ਮਾਸੂਮਾਂ ਨੂੰ ਵੀਰ ਬੇਨੀਆਂ ਵਿੱਚ ਚੁਣਾਤਾ, 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 ਲਾਲ ਮਾਸੂਮਾਂ ਨੂੰ ਵੀਰ ਬੇਨੀਆਂ ਵਿੱਚ ਚੁਣਾਤਾ, ਦੋ ਲਾਲ ਮਾਸੂਮਾਂ ਨੂੰ ਵੀਰ ਬੇਨੀਆਂ ਵਿੱਚ ਚੁਣਾਤਾ, 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 ਦੋ ਲਾਲ ਮਾਸੂਮਾਂ ਨੂੰ ਵੀਰ ਬੇਨੀਆਂ ਵਿੱਚ ਚੁਣਾਤਾ, ਦੋ ਲਾਲ ਮਾਸੂਮਾਂ ਨੂੰ ਵੀਰ ਬੇਨੀਆਂ ਵਿੱਚ ਚੁਣਾਤਾ, ਮਾਸੂਮਾਂ ਨੂੰ
ਕੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲੇ ਨੂਰਾ ਮਾਹੀ ਪਹੁੰਚਿਆ। ਫਿਰ ਤੇ ਭਾਈ ਦਿਆਲ ਸਿੰਘ ਨੂੰ ਕਹਿਣ ਲੱਗੇ, ਦੇਖ ਨੂਰਾ ਮਾਹੀ ਹਜੇ ਆਇਆ ਨਹੀਂ। ਫਿਰ ਟਾਹਲੀ ਦੇ ਦਰਖਤ ਉੱਤੇ ਫਿਰ ਇਤਿਹਾਸ ਵਿੱਚ ਇਸੇ ਤਰ੍ਹਾਂ ਲਿਖਿਆ ਹੈ, ਚੜ੍ਹ ਕੇ ਵੇਖਿਆ ਮਹਾਰਾਜ ਨੂਰਾ ਮਾਹੀ ਭੱਜਿਆ ਆਉਂਦਾ, ਹੱਥ ਜਿਹੜੇ ਨਾ ਉਹ ਹੱਥਾਂ ਦੇ ਵਿੱਚ ਜੋੜੇ ਫੜੇ ਹੋਏ ਨੇ, ਭੱਜਿਆ ਹੀ ਆਉਂਦਾ ਹੈ। ਬਸ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਸੀ, ਆ ਕੇ ਨੂਰਾ ਮਾਹੀ ਕੋਲ ਬੈਠ ਗਿਆ। ਮਹਾਰਾਜ ਪੋਤੇ ਨੇ, ਨੂਰਿਆ ਦੱਸ ਮੇਰੇ ਲਾਲਾਂ ਦੀ ਖਬਰ, ਮੇਰੇ ਛੋਟੇ ਬੱਚਿਆਂ ਦੀ ਖਬਰ ਦੱਸ, ਮੇਰੀ ਮਾਤਾ ਗੁਜਰੀ ਜੀ ਕਿਵੇਂ ਹੈ। ਬਸ ਇਹ ਗੱਲ ਸੁਣ ਸਾਰ ਫਿਰ ਨੂਰਾ ਉੱਚੀ ਦੇਣੇ ਤਾ ਮਾਰ ਕੇ, ਸੱਚੇ ਪਾਤਸ਼ਾਹ ਉੱਥੇ ਤੇਰੇ ਛੋਟੇ ਲਾਲ ਤੇ ਤਨ ਤੇਰੀ ਮਾਤਾ ਗੁਜਰੀ ਜੀ ਸ਼ਹੀਦੀ ਪ੍ਰਾਪਤ ਕਰ ਗਏ। ਤੇ ਨੂਰੇ ਮਾਈ ਨੇ ਜੋ ਕੁਝ ਦੱਸਿਆ ਉਹ ਧਾਰਨਾ ਦੇ ਵਿੱਚ ਸਾਰੇ ਸਰਵਣ ਕਰਿਓ। ਕੀ ਕਿਹਾ ਨੂਰੇ ਨੇ, ਉੱਤੇ ਦਿਸੇ ਨਾ ਗੁਰੂ ਜੀ ਲਾਲ ਤੇਰੇ, ਨੂਰਾ ਮਾਈ ਰੋ ਰਸਦਾ, ਉੱਤੇ ਦਿਸੇ ਨਾ ਗੁਰੂ ਜੀ ਲਾਲ ਤੇਰੇ, ਨੂਰਾ ਮਾਈ ਰੋ ਰਸਦਾ। ਬਾਬਿਆਂ ਦੀ ਯਾਦ ਵਿੱਚ ਆਪਾਂ ਸਾਰੇ ਜੁੜੇ ਹਾਂ, ਜੋ ਹਰ ਇੱਕ ਸਾਲ ਦੀ ਸਾਲ ਧੰਨ ਧੰਨ ਬਾਬਾ ਮੋਤੀ ਰਾਮ ਜੀ ਮਹਿਰਾ ਮਹਾਰਾਜ ਉਹਨਾਂ ਦੀ ਯਾਦ ਵਿੱਚ ਜੁੜ ਕੇ ਆਪਾਂ ਸਾਰੇ ਗੁਰਬਾਣੀ ਦਾ ਕਥਾ ਕੀਰਤਨ ਦਾ ਆਨੰਦ ਮਾਣਦੇ ਹਾਂ। ਬਹੁਤ ਵਧੀਆ ਉਦਮ ਉਪਰਾਲਾ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰੱਬੀ ਬਾਣੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ, ਉਪਰੰਤ ਕੁਝ ਘੜੀਆਂ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਕੇ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ। ਸਤਿਗੁਰੂ ਜੀ ਕਿਰਪਾ ਕਰਨ, ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ। ਜਿੱਥੇ ਅਸੀਂ ਜੋੜ ਮੇਲਾ ਮਨਾਉਣੇ ਆ ਸਾਹਿਬਜ਼ਾਦਿਆਂ ਦਾ, ਉੱਥੇ ਅਸੀਂ ਸਾਹਿਬਜ਼ਾਦਿਆਂ ਵਰਗਾ ਜੀਵਨ ਵੀ ਬਣਾ ਲਈਏ, ਬਾਬੇ ਮੋਤੀ ਮਹਿਰੇ ਵਰਗਾ ਜੀਵਨ ਵੀ ਬਣਾ ਲਈਏ। ਸਾਡੇ ਵੱਡੇ ਵਡੇਰੇ ਕਿਹੋ ਜਿਹੇ ਸੀ, ਅਸੀਂ ਕਿਹੋ ਜਿਹੇ ਹਾਂ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਤੇ ਫੇਰ ਹੀ ਦਿਨ ਮਨਾਏ। ਜਿਨ ਕੀ ਯਾਦ ਮਨਾਤੇ ਹੋ ਉਨਕੀ ਬਾਤ ਵੀ ਮਾਨੋ, ਉਹਨਾਂ ਦੀ ਗੱਲ ਵੀ ਮੰਨੋ। ਜੇ ਅਸੀਂ ਸਾਹਿਬਜ਼ਾਦਿਆਂ ਦਾ ਦਿਹਾੜਾ ਮਨਾਉਣੇ ਆ, ਬਹੁਤ ਵੱਡਾ ਉਦਮ ਉਪਰਾਲਾ, ਮਹਾਰਾਜ ਕਿਰਪਾ ਕਰਨ। ਧੰਨਵਾਦ ਸੰਗਤ ਦਾ। ਸਤਿਕਾਰਯੋਗ ਸਾਡੇ ਚਾਚਾ ਜੀ ਭਾਈ ਨਾਥ ਸਿੰਘ ਜੀ, ਇੱਥੋਂ ਦੀ ਪ੍ਰਬੰਧਕ ਕਮੇਟੀ, ਮੇਰੇ ਵੀਰ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ, ਜਿਹੜੇ ਵਧੀਆ ਉਦਮ ਉਪਰਾਲਾ ਕਰਦੇ ਨੇ, ਨਾਲ ਲੱਗ ਕੇ ਗੁਣੀ ਵੀ ਨੇ, ਉਹਨਾਂ ਕੋਲੇ ਗੁਣ ਵੀ ਆ ਪ੍ਰਮਾਤਮਾ ਦਾ ਦਿੱਤਾ ਹੋਇਆ। ਤੇ ਉੱਥੇ ਨਾਲ ਹੀ ਧੰਨਵਾਦ ਸਤਿਕਾਰਯੋਗ ਮੇਰੇ ਵੱਡੇ ਵੀਰ ਭਾਈ ਜੀਵਨ ਸਿੰਘ ਜੀ, ਔਂਜਲਾ, ਹੋਰ ਵੀ ਜਿਤਨੀਆਂ ਸੰਗਤਾਂ ਪਹੁੰਚੀਆਂ ਨੇ, ਸਾਰਿਆਂ ਦੀ ਧੰਨਵਾਦ। ਨੌ ਲਵਾਂ, ਬੜਾ ਸਮਾਂ ਲੱਗ ਜਾਵੇਗਾ। ਆਨੰਦ ਸਾਹਿਬ ਦੀ ਬਾਣੀ ਵਿੱਚ ਜੁੜੋ, ਅਰਦਾਸ ਹੁਕਮਨਾਮਾ। ਤੇ ਅਗਲਾ ਜੋ ਪ੍ਰੋਗਰਾਮ ਹੈ ਉਹ ਭਾਈ ਹਰਪਾਲ ਸਿੰਘ ਜੀ ਤੋਂ ਆਪ ਜੀ ਨੇ ਸੁਣਨ ਦੀ ਕਿਰਪਾਲਤਾ ਕਰਨੀ। ਬਹੁਤ ਬਹੁਤ ਧੰਨਵਾਦ। ਲੋਕ ਸੁਖੀ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਚਮਕਲੀ ਮਾਲਾ ਤੀਜਾ, ਨੰਦ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ। ਸਤਿਗੁਰਾਂ ਪਾਇਆ
ਸੰਤਨ ਪਰਿਵਾਰ ਪਰੀਆਂ ਸ਼ਬਦ ਗਾਵਣੀਆਂ ਆਈਆਂ ਪ੍ਰਭੂ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਰਾਜ ਸਭ ਸੁਧਾਰਣਾ ਆਪਣਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਅਰਨਾਲੇ ਰਾਜੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰਾ ਸਭ ਕੁਛ ਹੈ ਨਿਦੇ ਤੂੰ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਭ ਦੁਖ ਲੈ ਐ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਦਾਰੋ ਸਾਚ ਨਾਮ ਆਧਾਰ ਰਾਜਨ ਜਿਨਾ ਸਭ ਗਵਾਇਆ ਹਰ ਸ਼ਾਂਤ ਸੁਖ ਨਿਆਇ ਵਸਿਆ ਜਿਨੀ ਇੱਛਾ ਸਭ ਪੁਜਾਈਆਂ ਕੁਰਬਾਨ ਕੀਤਾ ਗੁਰ ਵਿਟੋ ਜਿਨਿਆਏ ਵੜਿਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਨਾਮ ਮੇਰਾ ਆਧਾਰੋ ਆਜੇ ਪੰਜ ਸ਼ਬਦ ਜਿਤ ਕਰ ਸੁਭਾਗੈ ਪਰਚ ਭਾਗੈ ਸ਼ਬਦ ਬਾਜੇ ਕਲਾ ਜਿਤ ਕਰਤਾਰੀਆ ਅੰਤ ਦੂਤ ਦੋਦ ਵਾਸ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਰ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਕੈ ਸੁਖ ਹੋਆ ਜਿਤ ਕਰ ਅਨਾਦ ਵਾਜੇ ਆਨੰਦ ਸੁਨੋ ਬਟ ਭਾਗੀਓ ਸਗਲ ਮਨੋਰਥ ਪੂਰੇ ਮਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਛੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਨੰਦ ਸਾਜਨ ਪਏ ਸਰਜੇ ਰਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਾਦ ਪੂਰੇ ਆਪਣ ਗੁਰੂ ਪਾਣੀ ਪਿਤਾ ਮਾਤਾ ਤਾਰਤ ਮਹਤ ਦੇਵ ਸੁਰਾਜ ਗੋਲਾਈ ਆਇਆ ਦਾਈ ਦਾਇਆ ਛੇਲੇ ਜਗਤ ਜਗਤ ਚੰਗਿਆਈਆਂ ਭੁਲਿਆਈਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪੈਰ